ਸਾਹਿਬ ਜੀ ਸ੍ਰੀ ਗੁਰੂ ਜੀ ਤਿਰਿਆ ਰਾਜ ਕੋ ਗਏ ਤਾਂ ਸ੍ਰੀ ਗੁਰੂ ਜੀ ਜਾਂਦੇ ਜਾਂਦੇ ਕਾਰੂ ਦੇਸ਼ ਨੂੰ ਜਾ ਪ੍ਰਾਪਤ ਹੋਏ। ਇੱਕ ਦਿਨ ਮਰਦਾਨੇ ਨੂੰ ਭੁੱਖ ਲੱਗੀ ਅਤੇ ਉੱਥੇ 1-2 ਦਿਨ ਕੁਝ ਨਹੀਂ ਪਹੁੰਚਿਆ। ਮਰਦਾਨੇ ਆਖਿਆ, ਗੁਰੂ ਜੀ ਤੁਸੀਂ ਤਾਂ ਪੌਣਹਾਰੀ ਹੋਏ ਰਹਿੰਦੇ ਹੋ ਅਤੇ ਗੁਰੂ ਜੀ ਮੈਨੂੰ ਭੁੱਖ ਨੇ ਬੜਾ ਸਤਾਇਆ ਹੈ ਜੀ, ਕੁਛ ਮੇਰਾ ਇਲਾਜ ਕਰੋ ਜੀ। ਤਾਂ ਗੁਰੂ ਜੀ ਕਿਹਾ, ਭਾਈ ਬਾਲਾ ਸਾਡਾ ਇਸ ਨਾਲ ਬਹੁਤ ਕੰਮ ਹੈ। ਤਾਂ ਗੁਰੂ ਜੀ ਕਿਹਾ, ਮਰਦਾਨਾ ਆਤਮੇ ਦੀ ਕੀ ਖਬਰ ਹੈ? ਮਰਦਾਨੇ ਕਿਹਾ, ਭੁੱਖਾ ਹਾਂ ਜੀ, ਮੈਨੂੰ ਭੁੱਖ ਖਾ ਗਈ ਹੈ ਜੀ। ਫਿਰ ਮਰਦਾਨੇ ਆਖਿਆ, ਜੀ ਇਹ ਸ਼ਹਿਰ ਬੜਾ ਸੁੰਦਰ ਹੈ, ਜੇ ਆਪ ਆਗਿਆ ਕਰੋ ਤਾਂ ਮੈਂ ਜਾ ਕਰ ਕੁਛ ਮੁੱਖ ਪਾ ਆਵਾਂ। ਤਾਂ ਗੁਰੂ ਜੀ ਕਿਹਾ, ਮਰਦਾਨਾ ਇਹ ਸ਼ਹਿਰ ਵੜਨ ਦਾ ਨਹੀਂ। ਮਰਦਾਨੇ ਕਿਹਾ, ਗੁਰੂ ਜੀ ਜਿੱਥੇ ਕੋਈ ਬਸਤੀ ਆਉਂਦੀ ਹੈ ਉੱਥੇ ਆਖਦੇ ਹੋ ਜਾਣਾ ਨਹੀਂ, ਉਜਾੜਾਂ ਵਿੱਚ ਲਈ ਫਿਰਦੇ ਹੋ। ਤਾਂ ਗੁਰੂ ਨਾਨਕ ਜੀ ਕਿਹਾ, ਮਰਦਾਨਾ ਤੂੰ ਜਾਣ। ਮਰਦਾਨਾ ਬਸਤੀ ਵੱਲ ਜਾਏ ਵੜਿਆ ਅਤੇ ਇੱਕ ਗਲੀ ਵਿੱਚ ਜਾ ਖਲੋਤਾ ਤਾਂ ਅੱਗੋਂ 4 ਔਰਤਾਂ ਆਪਣੀ ਬੋਲੀ ਵਿੱਚ ਹੱਸਦੀਆਂ ਆਈਆਂ। ਤਾਂ ਮਰਦਾਨੇ ਨੂੰ ਡਿੱਠੋ ਨੇ ਤਾਂ ਲੱਗੀਆਂ ਆਪਸ ਵਿੱਚ ਵੰਡੀਆਂ ਪਾਉਣ। ਉਹ ਆਖੇ ਮੈਂ ਲੈ ਜਾਨੀ ਹਾਂ, ਉਹ ਆਖੇ ਮੈਂ ਲੈ ਜਾਨੀ ਹਾਂ। ਪਰ ਇੱਕ ਰਣ ਨੇ ਮਰਦਾਨੇ ਨੂੰ ਆਵਾਜ਼ ਮਾਰੀ ਤਾਂ ਮਰਦਾਨੇ ਆਖਿਆ, ਮੈਨੂੰ ਕੁਝ ਖਾਣ ਨੂੰ ਦੇਣ ਲੱਗੀ ਹੈ। ਜਦ ਮਰਦਾਨਾ ਉਹਦੇ ਅੰਦਰ ਜਾ ਕੇ ਵੜਨ ਲੱਗਾ ਤਾਂ ਉਸ ਔਰਤ ਨੇ ਉੱਠ ਕੇ ਮਰਦਾਨੇ ਦੇ ਗਲ ਧਾਗਾ ਬੰਨ੍ਹ ਦਿੱਤਾ। ਜਾਂ ਧਾਗਾ ਗਲ ਪਾਇਆ ਤਾਂ ਮਰਦਾਨੇ ਨੂੰ ਛਤਰਾ ਕਰਕੇ ਚਾਹ ਅੰਦਰ ਵਹਾਇਆ ਅਤੇ ਆਪ ਪਾਣੀ ਭਰਨ ਨੂੰ ਚਲੀ ਗਈ। ਮਰਦਾਨਾ ਅੰਦਰ ਬੈਠਾ ਰਿਹਾ ਅਤੇ ਪਿਆ ਦਲੀਲਾਂ ਕਰਦਾ ਹੈ ਕਿ ਗੁਰੂ ਜੀ ਮੈਂ ਕਿੱਥੇ ਆ ਪਿਆ ਹਾਂ। ਉੱਥੇ ਤਾਂ ਮੈਂ ਸਤਿਗੁਰਾਂ ਨੂੰ ਕਿਹਾ, ਗੁਰੂ ਜੀ ਮਰਦਾਨੇ ਨੂੰ ਗਿਆ 1 ਪਹਿਰ ਹੋ ਗਿਆ ਹੈ ਅਤੇ ਉਹ ਆਇਆ ਨਹੀਂ। ਹੇ ਗੁਰੂ ਜੀ, ਜਾਂ ਇਹ ਮੈਂ ਆਖਿਆ ਤਾਂ ਗੁਰੂ ਜੀ ਬੋਲੇ, ਸੁਣ ਭਾਈ ਬਾਲਾ, ਮਰਦਾਨਾ ਤਾਰ ਵਜਾਉਂਦਾ ਸੀ, ਪਰ ਇਹ ਨਗਰੀ ਬੜੀ ਨਗੁਰੀ ਹੈ, ਸੋ ਕਿਆ ਜਾਣੀਏ ਕਿ ਕਿਸੇ ਨੇ ਛਤਰਾ ਕਰ ਬਹਾਇਆ ਹੋ ਸੀ। ਇਤਨਾ ਕਹਿ ਕਰ ਗੁਰੂ ਜੀ ਉੱਠ ਕੇ ਖੜੇ ਹੋਏ ਅਤੇ ਆਖਿਆ, ਚੱਲ ਭਾਈ ਬਾਲਾ ਮਰਦਾਨੇ ਨੂੰ ਲੈ ਆਵੀਏ। ਤਾਂ ਮੈਂ ਕਿਹਾ, ਗੁਰੂ ਜੀ ਮਰਦਾਨਾ ਕਿੱਥੇ ਹੋਵੇਗਾ? ਗੁਰੂ ਜੀ ਕਿਹਾ, ਬਾਲਾ ਮਰਦਾਨੇ ਨੂੰ ਛਤਰਾ ਕਰਕੇ ਬੰਨ੍ਹ ਬਿਠਾਇਆ ਇਹਨੇ। ਅਤੇ ਮੈਂ ਆਖਿਆ, ਜੀ ਗੁਰੂ ਜੀ ਕਿਉਂ ਨਾ ਛਤਰਾ ਹੋਵੇ, ਜੋ ਤੁਸੀਂ ਮਨ੍ਹਾ ਕਰੋ ਅਤੇ ਉਹ ਰਹੇ ਨਹੀਂ, ਤੁਸੀਂ ਕਿਆ ਕਰੋ। ਤਾਂ ਗੁਰੂ ਜੀ ਨਾਲ ਮੈਂ ਅਤੇ ਨਾਲੇ ਸ੍ਰੀ ਗੁਰੂ ਨਾਨਕ ਜੀ ਮਰਦਾਨੇ ਨੂੰ ਲੈਣ ਵਾਸਤੇ ਚਲੇ ਜਾਏ ਖੜੇ ਹੋਏ। ਬਸਤੀ ਵਿੱਚ ਵੜੇ ਅਤੇ ਪੁੱਛੋ ਨੇ, ਇੱਥੇ ਸਾਡਾ ਆਦਮੀ ਆਇਆ। ਤਾਂ ਉਹਨਾਂ ਔਰਤਾਂ ਸਾਨੂੰ ਵੇਖ ਕੇ ਦੌੜ ਕੇ ਆਈਆਂ ਅਤੇ ਆਖਿਓ ਨੇ, ਇੱਥੇ ਤਾਂ ਕੋਈ ਨਹੀਂ ਆਇਆ। ਇੱਕ ਰਣ ਬਾਲੇ ਦੇ ਗਲ ਵਿੱਚ ਧਾਗਾ ਲੱਗੀ ਬੰਨ੍ਹਣ ਤਾਂ ਕੁੱਤੀ ਹੋ ਗਈ ਅਤੇ ਇੱਕ ਗੁਰੂ ਬਾਬੇ ਜੀ ਵੱਲ ਦੌੜੀ, ਗਧੀ ਹੋ ਗਈ। ਤਾਂ ਸ੍ਰੀ ਗੁਰੂ ਜੀ ਸਲੋਕ ਕਿਹਾ, ਕੱਲਰ ਕੀਆਂ ਵਣਜਾਰੀਆਂ ਝੂਠੇ ਮੁਸ਼ਕ ਮੰਗੇਨ, ਅਮਲਾ ਬਾਜੋ ਨਾਨਕਾ ਕਿਉਂ ਕਰ ਕੰਤ ਮਲੇਨ। ਇਸ ਬਚਨ ਦੇ ਕਹਿਣੇ ਨਾਲ ਜਿਸ ਨੇ ਮਰਦਾਨੇ ਨੂੰ ਛਤਰਾ ਬਣਾਇਆ ਸੀ, ਉਸ ਦੇ ਸਿਰ ਪਰ ਪਾਣੀ ਦਾ ਘੜਾ ਜੁੜ ਗਿਆ। ਉਸ ਦੀ ਸਹੇਲੀ ਗੁਰੂ ਦੇ ਗਲ ਧਾਗਾ ਪਾਉਣ ਆਈ ਤਾਂ ਉਹ ਛਤਰੀ ਹੋ ਗਈ। ਤਾਂ ਫਿਰ ਗੁਰੂ ਬਾਬੇ ਜੀ ਮੇਰੇ ਪ੍ਰਤੀ ਆਖਿਆ, ਬਾਲਾ ਡਿੱਠ ਹੋਈ। ਤਾਂ ਮੈਂ ਆਖਿਆ, ਗੁਰੂ ਜੀ ਜੋ ਆਪ ਨੇ ਦਿਖਾਇਆ ਸੋ ਦੇਖਿਆ ਹੈ, ਜੋ ਦਿਖਾਓਗੇ ਸੋ ਦੇਖਾਂਗੇ। ਤਾਂ ਫਿਰ ਗੁਰੂ ਜੀ ਨੇ ਮੈਨੂੰ ਹੁਕਮ ਕੀਤਾ, ਬਾਲਾ ਅੰਦਰ ਜਾਇਆ ਕਰ ਮਰਦਾਨੇ ਦੇ ਗਲੋਂ ਧਾਗਾ ਤੋੜ ਸੁੱਟ। ਤਾਂ ਫਿਰ ਗੁਰੂ ਜੀ ਮੈਂ ਸ੍ਰੀ ਸਤਿਗੁਰੂ ਜੀ ਕਾ ਬਚਨ ਪਾਏ ਕਰ ਅੰਦਰ ਜਾ ਕੇ ਮਰਦਾਨੇ ਦੇ ਗਲੋਂ ਧਾਗਾ ਤੋੜ ਸੁੱਟਿਆ। ਛਤਰੇ ਥੀ ਆਦਮੀ ਹੋਏ ਬੈਠਾ। ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਆਖਿਆ, ਮਰਦਾਨਾ ਕੀ ਖਬਰ ਹੈ? ਤਾਂ ਮਰਦਾਨੇ ਆਖਿਆ, ਬਸ ਜੀ ਬਸ, ਅਸਾਂ ਨੂੰ ਭਲੀਆਂ ਬਲਾਈ ਵਿੱਚ ਲਈ ਫਿਰਦਾ ਹੈ। ਗੁਰੂ ਜੀ ਕਿਹਾ, ਮਰਦਾਨਿਆ ਤੂੰ ਆਪੇ ਹੀ ਆਏ ਹੱਥੋਂ।
ਅਸਾਂ ਤਾਂ ਤੈਨੂੰ ਮਨਾ ਕੀਤਾ ਸੀ, ਜੋ ਤੂੰ ਜਾ ਨਹੀਂ। ਟੀਚਰਾਂ ਨੂੰ ਨਾ ਔਰਤਾਂ ਦੇ ਖਸਮ ਘਰੀ ਆਏ, ਦੇਖਣ ਤਾਂ ਰੰਨਾਂ ਛਤਰੀਆਂ ਤੇ ਕੁੱਤੀਆਂ ਹੋ ਬੈਠੀਆਂ ਹਨ। ਇੱਕ ਰੰਨ ਦੇ ਸਿਰ 'ਤੇ ਘੜਾ ਪਾਣੀ ਦਾ ਭਰਿਆ ਹੋਇਆ ਲੱਗਾ ਹੋਇਆ ਹੈ। ਬਥੇਰਾ ਯਤਨ ਕਰ ਰਹੇ, ਉਤਰੇ ਨਹੀਂ, ਪਰ ਝੂਠ ਦਾ ਸਦਕਾ ਉਹ ਘੜਾ ਸਾਰੇ ਲਈ ਫਿਰੇ। ਔਰ ਉੱਥੋਂ ਦੀ ਸਰਦਾਰ ਨੂਰ ਸ਼ਾਹ ਨਾਮੇ ਔਰਤ ਹੀ ਸੀ। ਸਭ ਜਾਦੂਗਰਾਂ ਦੇ ਸਿਰ ਜਾਦੂਗਰਨੀ ਸੀ। ਉਸ ਨੂੰ ਖਬਰ ਹੋਈ ਜੋ ਇੱਕ ਔਰਤ ਦੇ ਸਿਰ ਉੱਪਰ ਪਾਣੀ ਦਾ ਘੜਾ ਭਰਿਆ ਹੋਇਆ ਲੱਗ ਰਿਹਾ ਹੈ, ਉਤਰਦਾ ਨਹੀਂ, ਤਾਂ ਨੂਰ ਸ਼ਾਹ ਨੇ ਹੁਕਮ ਕੀਤਾ ਕਿ ਜਾਂ ਤੱਕ ਜਾਦੂਗਰ ਸਭ ਜਾਓ ਔਰ ਉਸ ਦੇ ਸਿਰ ਤੋਂ ਘੜਾ ਲਾਹ ਆਓ ਅਤੇ ਆਪੇ ਆਪਣੀ ਵਿਦਿਆ ਵਿਖਾਓ। ਤਾਂ ਜਾਦੂਗਰਨੀਆਂ ਸ਼ਹਿਰ ਦੇ ਵਿੱਚ ਹੈ ਸਨ, ਸਭ ਆਈਆਂ। ਕੋਈ ਮਿਰਗਸ਼ਾਲਾ ਉੱਪਰ ਸਵਾਰ ਹੋ ਕੇ ਆਈ, ਕੋਈ ਢੋਲ ਵਜਾਉਂਦੀ ਆਈ, ਪਰ ਸਭ ਮੰਤਰ ਤੰਤਰ ਕਰ ਰਹੀਆਂ। ਉਸ ਦੇ ਸਿਰੋਂ ਘੜਾ ਨਾ ਉਤਰਿਆ ਅਤੇ ਉਹ ਕੁੱਤੀਆਂ ਛਤਰੀਆਂ ਹੀ ਰਹੀਆਂ। ਸ੍ਰੀ ਗੁਰੂ ਜੀ ਹੱਸ ਕਰ ਆਖਿਆ, ਮਰਦਾਨਿਆਂ ਤੂੰ ਵਾਹਿਗੁਰੂ ਕਹਿ ਕਰ ਰਬਾਬ ਵਜਾ। ਮਰਦਾਨੇ ਨੇ ਜਾਇ ਕਰ ਰਬਾਬ ਨੂੰ ਲੈ ਕੇ ਸ੍ਰੀ ਗੁਰੂ ਜੀ ਅੱਗੇ ਮੱਥਾ ਟੇਕਿਆ ਅਤੇ ਸਾਹਮਣੇ ਬੈਠ ਕਰ ਰਬਾਬ ਲੱਗਾ ਵਜਾਵਣੇ। ਸ੍ਰੀ ਗੁਰੂ ਜੀ ਵਡਹੰਸ ਰਾਗ ਵਿੱਚ ਸ਼ਬਦ ਉਚਾਰਿਆ। ਰਾਗ ਵਡਹੰਸ ਮਹੱਲਾ ਪਹਿਲਾ। ਗੁਣਵੰਤੀ ਸਹੁਰਾਵਿਆ ਨਿਰਗੁਣ ਕੂਕੇ ਕਾਏ। ਜੋ ਗੁਣਵੰਤੀ ਥੀ ਰਹੇ ਤਾਂ ਵੀ ਸੌ ਰਾਵਣ ਜਾਏ। ਮੇਰਾ ਕੰਤ ਰਸਾਲੂ ਕੀ ਤਨ ਅਵਰਾਂ ਰਾਵੇ ਜੀਓ। ਰਹਾਓ ਕਰਨੀ ਕਾਮਣ ਜੇ ਥੀਏ, ਜੇ ਮਨ ਧਾਗਾ ਹੋਏ। ਮਾਣਕ ਮੂਲ ਨ ਪਾਈਏ, ਲੀਜੇ ਚਿਤ ਪਰੋਏ। ਰਾਧ ਸਾਈਂ ਨਾ ਜੁਲਾਂ, ਆਖਾਂ ਅੰਬੜੀ ਆਖ। ਤੈਸੇ ਨਾਲ ਅਕੂਣਾ, ਕਿਉਂ ਥੀਵੇ ਘਰ ਵਾਸ। ਨਾਨਕ ਏਕੀ ਬਾਰਾ, ਦੂਜਾ ਨਹੀਂ ਕੋਏ। ਤੈਸੇ ਲੱਗੀ ਜੇ ਰਹਿ, ਭੀ ਸਹੁਰਾਵੇ ਸੋਏ। ਸ੍ਰੀ ਗੁਰੂ ਨਾਨਕ ਜੀ ਨੇ ਇਹ ਬਚਨ ਕਿਹਾ ਤਾਂ ਉਹਨਾਂ ਔਰਤਾਂ ਦਾ ਮੰਤਰ ਜੰਤਰ ਕੁਝ ਨਾ ਚੱਲੇ। ਤਾਂ ਫਿਰ ਨੂਰ ਸ਼ਾਹ ਨੂੰ ਖਬਰ ਹੋਈ ਕਿ ਮੰਤਰ ਜੰਤਰ ਕਿਸੇ ਦਾ ਨਹੀਂ ਚੱਲਦਾ। ਤਾਂ ਨੂਰ ਸ਼ਾਹ ਆਪ ਆਈ, ਲੱਖ ਡੰਬਰ ਨਾਲ ਲਿਆਈ, ਪਰ ਉਸ ਦੀ ਵੀ ਆਪਣਾ ਜ਼ੋਰ ਲਾਇਆ, ਕੁਝ ਨਾ ਬਣਿਆ। ਤਾਂ ਫਿਰ ਗੁਰੂ ਜੀ ਨੇ ਸ਼ਬਦ ਆਖਿਆ। ਰਾਗ ਸੂਈ ਮਹੱਲਾ ਪਹਿਲਾ। ਮੰਝ ਕੁਚੱਜੀ ਮਾਉਣ ਡੋਸੜੇ, ਹਉ ਸਿਉ ਸਹੁ ਰਾਵਣ ਜਾਉ ਜੀਓ। ਇੱਕ ਦੂ ਇੱਕ ਚੜ੍ਹੰਦੀਆਂ, ਕੌਣ ਜਾਣੇ ਮੇਰਾ ਨਾਉ ਜੀਓ। ਜਿਨੀ ਸਗੀ ਸਹੁਰਾਵਿਆ ਸੇ ਅੰਬੀ ਛਾਵੜੀ ਏ ਜੀਓ। ਸੇ ਗੁਣ ਮੰਝ ਨ ਆਉਣੀ, ਹਉਕੇ ਜੀਓ। ਦਸ ਧਰੇਉ ਜੀਓ, ਦੋਸ ਧਰੇਉ ਜੀਓ। ਕਿਆ ਗੁਣ ਤੇਰੇ ਵਿਥਰਾ, ਹੋਂ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ। ਇਕਤ ਢੋਲ ਨ ਅੰਬੜਾ, ਹਉ ਸਦ ਕੁਰਬਾਨੇ ਤੇਰੇ ਜਾਉ ਜੀਓ। ਸੋਨਾ ਰੂਪਾ ਰੰਗਲਾ, ਮੋਤੀ ਤੇ ਮਾਣਕ ਜੀਓ। ਸੇ ਵਸਤੂ ਸਭ ਦਿੱਤੀਆਂ, ਮੈਂ ਤਿਨ ਸੋਂ ਲੱਗਾ ਚਿੱਤ ਜੀਓ। ਮੰਦਰ ਮਿੱਟੀ ਸੰਦੜੇ, ਪੱਥਰ ਕੀਤੇ ਰਾਸ ਜੀਓ। ਹਉ ਐਨੀ ਟੋਲੀ ਭੁਲੀਅਸ, ਤਿਸ ਕੰਤ ਨਾ ਬੈਠੀ ਪਾਸ ਜੀਓ। ਅੰਬੜ ਕੂੰਜਾਂ ਕੁਰਲੀਆਂ, ਬੱਗ ਬੈਠੇ ਆਏ ਜੀਓ। ਸਾਧਨ ਚੱਲੀ ਸਹੁਰੇ, ਕਿਆ ਮੂੰਹ ਦੇਸੀ ਅੱਗੇ ਜਾਏ ਜੀਓ। ਸੁੱਤੀ ਸੁੱਤੀ ਝਾਲੂ ਥੀਆ, ਭੁੱਲੀ ਵਾਟੜੀ ਆਹ ਜੀਓ। ਤੈਸੇ ਨਾਲੇ ਮੁਤੀਅਸ, ਦੁੱਖਾਂ ਕੋ ਧਰੀ ਆਸ ਜੀਓ। ਤੁਧ ਗੁਣ ਮੈਂ ਸਭ ਔਗਣਾ, ਇੱਕ ਨਾਨਕ ਕੀ ਅਰਦਾਸ ਜੀਓ। ਸਭ ਰਾਤੀ ਸੁਹਾਗਣੀ, ਮੈਂ ਦੁਹਾਗਣ ਕਾਈ ਰਾਤ ਜੀਓ। ਤਾਂ ਨੂਰ ਸ਼ਾਹ ਵੀ ਆਪ ਮੰਤਰ ਜੰਤਰ ਕਰ ਥਕੀ, ਪਰ ਕੋਈ ਮੰਤਰ ਪੇਸ਼ ਨਾ ਜਾਵੇ ਅਤੇ ਨਾ ਉਸ ਔਰਤ ਦੇ ਸਿਰ ਤੋਂ ਘੜਾ ਹੀ ਉਤਰੇ। ਫਿਰ ਨੂਰ ਸ਼ਾਹ ਦੂਰੋਂ ਦੂਰੋਂ ਕਾਮਲ ਇਲਮ ਵਾਲੀਆਂ ਸਦਵਾਈਆਂ ਸਭ ਇਕੱਠੀਆਂ ਹੋ ਕਰ ਲੱਗੀਆਂ ਢੋਲਕੀ ਵਜਾਉਣ। ਤਾਂ ਸ੍ਰੀ ਗੁਰੂ ਨਾਨਕ ਜੀ ਇੱਕ ਸ਼ਬਦ ਹੋਰ ਕਿਹਾ। ਆਸਾ ਮਹੱਲਾ ਪਹਿਲਾ। ਤਾਲ ਮੰਦੀਰੇ ਘਟ ਕੇ ਘਾਟ, ਦੋਲਕ ਦੁਨੀਆ ਵਾਜੇ ਵਾਜ। ਨਾਰਦ ਨਾਚੇ ਕਲਕਾ ਭਾਉ, ਜਤ ਸਤੀ ਕਹਿ ਰਾਖੇ ਪਾਉ। ਨਾਨਕ ਨਾਮ ਵਿਟੋ ਕੁਰਬਾਨ, ਅੰਧੀ ਦੁਨੀਆ ਸਹਿਬ ਜਾਣ। ਰਹਾਉ
ਗੁਰੂ ਪਾਸੋਂ ਫਿਰ ਚੇਲਾ ਖਾਏ, ਤਾਂ ਪ੍ਰੀਤ ਵਸੇ ਘਰ ਆਏ। ਜੇ ਸੋ ਵਰਿਆ ਜੀਵਨ ਖਾਣ, ਖਸਮ ਪਛਾਣੇ ਸੋ ਦਿਨ ਪਰਵਾਨ। ਦਰਸ਼ਨ ਦੇਖੀਏ ਦਇਆ ਨਾ ਹੋਏ, ਲਏ ਦਿੱਤੇ ਬੇ ਰਹੇ ਨ ਕੋਏ। ਰਾਜਾ ਨਉ ਕਰੇ ਹੱਥ ਹੋਏ, ਕਹੇ ਖੁਦਾਏ ਨ ਮਾਨੇ ਕੋਏ। ਮਾਨਸ ਮੂਰਤ ਨਾਨਕ ਨਾਮ, ਕਰਨੀ ਕੁਤਾ ਦਰ ਫਰਮਾਨ। ਗੁਰ ਪ੍ਰਸਾਦ ਜਾਣੇ ਮਹਿਮਾਨ, ਤਾਂ ਕੁਛ ਦਰਗੇ ਪਾਵੇ ਮਾਨ। ਤਾਂ ਇੱਕ ਸਲੋਕ ਗੁਰੂ ਜੀ ਨੇ ਹੋਰ ਉਚਾਰਨ ਕੀਤਾ, ਤਾਂ ਗੱਲੀ ਅਸੀਂ ਚੰਗੀਆਂ ਚਾਰੀ ਬੁਰੀਆਂ, ਮਨੋਂ ਕਸੁੱਧਾ ਕਾਲੀਆਂ ਬਾਹਰੋਂ ਚਿਟਵੀਆਂ। ਰੀਸਾਂ ਕਰੇ ਤੇ ਨਾੜੀਆਂ, ਜੋ ਸੇਵੇ ਦਰ ਖੜੀਆਂ। ਨਾਲ ਖਸਮੇ ਰਤੀਆਂ, ਮਾਣੇ ਸੁਖ ਰਲੀਆਂ। ਹੁੰਦੇ ਤਾਣ ਤਾਣੀਆਂ, ਰਹਿ ਨਿਮਾਨੜੀਆਂ। ਨਾਨਕ ਜਨਮ ਸਕਾਰਤਾ, ਜੋ ਤਿਨ ਕੇ ਸੰਗ ਮਿਲਾ ਹੈ। ਜਦ ਇਹ ਸਲੋਕ ਗੁਰੂ ਜੀ ਨੇ ਕਿਹਾ ਤਾਂ ਨੂਰ ਸ਼ਾਹ ਨੇ ਵਿਚਾਰ ਕੀਤੀ, ਜੀ ਇਸ ਨੂੰ ਮਾਇਆ ਦਾ ਜਾਲ ਪਾਈਏ। ਜੇ ਮਾਇਆ ਦਾ ਮੋਹ ਇਸ ਨੂੰ ਪਿਆ ਤਾਂ ਇਹ ਸਾਡੇ ਅਧੀਨ ਹੋ ਜਾਏਗਾ। ਇਹ ਬਾਤਾਂ ਨੂਰ ਸ਼ਾਹ ਦੀ ਸੁਣ ਕਰ ਜਾਂ ਕੇ ਨੇਕ ਪ੍ਰਕਾਰ ਦੇ ਜਵਾਰ ਅਰ ਪਦਾਰਥ ਲੈ ਆਈਆਂ। ਆਣ ਕਰ ਗੁਰੂ ਅੱਗੇ ਭੇਟ ਰੱਖੀਆਂ ਨੇ। ਤਾਂ ਗੁਰੂ ਜੀ ਸ਼ਬਦ ਕਹਿਆ, ਰਾਗ ਤਲੰਗ ਮਹੱਲਾ ਪਹਿਲਾ। ਯਾਨੀੜੀਏ ਮਾਨੜਾ ਕਾਇ ਕਰੇ, ਆਪ ਨੜੇ ਕਰ ਹਰ ਰੰਗੋਂ ਕੀ ਨਾ ਮਾਣੇ। ਸੋ ਨੇੜੇ ਧਨ ਕਮਲੀਏ, ਬਾਹਰੋਂ ਕਿਆ ਢੂੰਡੇ। ਪੈ ਗਈਆਂ ਦੇ ਸਲਾਈਆਂ, ਨੈਣੀ ਭਾਵ ਕਾ ਕਰ ਸਿੰਗਾਰੋ। ਤਾਂ ਸੁਹਾਗਣ ਜਾਣੀਏ, ਲੱਗ ਜਾਂ ਸੋ ਧਰੇ ਪਿਆਰੋ। ਆਣੀ ਬਾਲੀ ਕਿਆ ਕਰੇ, ਜਾਂ ਧਨ ਕੰਤ ਨਾ ਭਾਵੇ। ਕਰਨ ਭਲਾ ਕਰੇ ਬੋ ਤੇਰੇ, ਸਾਹ ਧਨ ਮਹਿਲ ਨਾ ਪਾਵੇ। ਵਿਨ ਕਰਮਾ ਕਿਛ ਪਾਈਏ ਨਾਹੀ, ਜੇ ਬੋ ਤੇਰਾ ਧਾਵੇ। ਲੱਭ ਲੋ ਅਹੰਕਾਰ ਕੀ ਮਾਤੀ, ਮਾਇਆ ਮੈਂ ਸਮਾਣੀ। ਨੀਂਜ ਬਾਤੀ ਸੋ ਪਾਈਏ ਨਹੀਂ, ਭਈ ਕਾਮਣ ਆਣੀ। ਜੈ ਪੁੱਛੋ ਸੁਹਾਗਣੀ, ਵੈ ਕਿੰਨੀ ਬਾਤੀ ਸੋ ਪਾਈਏ। ਜੋ ਕਿਛ ਕਰੇ ਸੋ ਭਲਾ ਕਰ ਮਾਨੀਏ। ਹਿਕਮਤ ਹੁਕਮ ਚੁਕਾਈਏ, ਜਾਂ ਕੇ ਪ੍ਰੇਮ ਪਦਾਰਥ ਪਾਈਏ। ਤੋ ਚਰਨੀ ਚਿਤ ਲਾਈਏ, ਸੋ ਕਹੇ ਸੋ ਕੀਜੇ। ਤਨ ਮਨ ਦੀਜੇ, ਐਸਾ ਪਰਮਲ ਲਾਈਏ। ਏਵ ਕਹੇ ਸੁਹਾਗਣੀ ਭੈਣੇ, ਇੰਨੀ ਬਾਤੀ ਸੋ ਪਾਈਏ। ਆਪ ਗਵਾਈਏ ਤਾਂ ਸੋ ਪਾਈਏ, ਔਰ ਕੈਸੀ ਚਤਰਾਈ। ਸੋ ਨਦਰ ਕਰ ਦੇਖੇ, ਸੋ ਦਿਨ ਲੇਖੇ। ਕਾਮਨ ਨੌ ਨਿਤ ਪਾਈ, ਆਪਣੇ ਕੰਤ ਪਿਆਰੀ ਸਾ ਸੁਹਾਗਣ। ਨਾਨਕ ਸਾ ਸਭਰਾਈ, ਐਸੇ ਰੰਗ ਰਾਤੀ ਸਹਿਜ ਕੀ ਮਾਤੀ। ਐਨਸ ਭਾਏ ਸਮਾਣੀ, ਸੁੰਦਰ ਸਾਇ ਸਰੂਪ ਵਿਚਖਣ। ਕਹੀਏ ਸਾ ਸਿਆਣੀ। ਜਦ ਇਹ ਸ਼ਬਦ ਸ੍ਰੀ ਗੁਰੂ ਜੀ ਨੇ ਕਿਹਾ, ਤਾਂ ਉਹਨਾਂ ਕੁੱਤੀਆਂ ਤੇ ਛਤਰੀਆਂ ਦੇ ਖਾਵਨ ਸ੍ਰੀ ਗੁਰੂ ਦੇ ਚਰਨੀ ਆ ਲੱਗੇ। ਸ੍ਰੀ ਗੁਰੂ ਨਾਨਕ ਜੀ ਕਿਹਾ, ਭਾਈ ਇਸ ਪਦਾਰਥ ਦੀ ਧਰਮਸ਼ਾਲਾ ਬਣਾਓ। ਆਏ ਸਾਧ ਸੰਗਤ ਦੀ ਸੇਵਾ ਕਰਿਆ ਕਰੋ। ਨਿਰਭਮਾਨ ਹੋ, ਮਨ ਨੀਵਾਂ ਕਰੋ। ਸਤਨਾਮ ਦਾ ਜਾਪ ਕਰਿਆ ਕਰੋ, ਤਾਂ ਤੁਹਾਡਾ ਭਲਾ ਹੋਵੇਗਾ। ਜਾਂ ਸ੍ਰੀ ਬਾਬੇ ਜੀ ਇਹ ਬਚਨ ਕੀਤਾ, ਉਹਨਾਂ ਔਰਤਾਂ ਦੇ ਭਰਤੇ ਭਾਈ ਬਾਲੇ ਜੀ ਦੇ ਚਰਨੀ ਆ ਲੱਗੇ। ਕਹੇ ਉਹਨੇ, ਸੰਤ ਜੀ ਤੁਸੀਂ ਦਿਆਲ ਹੋ ਜੀ, ਧਰਮ ਮੂਰਤੀ ਹੋ ਜੀ, ਸਾਨੂੰ ਬਖਸ਼ਾਓ ਜੀ। ਤਾਂ ਭਾਈ ਬਾਲੇ ਨੇ ਕਿਹਾ, ਜੀ ਸੰਤ ਨਰਮ ਚੇਤ ਹੈ, ਤੁਸੀਂ ਉਹਨਾਂ ਅੱਗੇ ਪ੍ਰਾਰਥਨਾ ਕਰੋ ਜੀ, ਤੁਹਾਡਾ ਭਲਾ ਹੋਵੇਗਾ। ਤਾਂ ਉਹ ਸਭ ਫੇਰ ਸ੍ਰੀ ਗੁਰੂ ਜੀ ਦੀ ਚਰਨੀ ਆ ਲੱਗੇ। ਸ੍ਰੀ ਗੁਰੂ ਜੀ ਕਿਹਾ, ਭਾਈ ਸਿੱਖ ਹੋਵੋ। ਉਹਨਾਂ ਮਨਜ਼ੂਰ ਕੀਤਾ। ਤਾਂ ਗੁਰੂ ਨਾਨਕ ਜੀ ਕਿਹਾ, ਉੱਠ ਭਾਈ ਬਾਲਾ, ਵਾਹਿਗੁਰੂ ਕਹਿ ਕਰ ਇਸ ਦੇ ਸਿਰ ਉੱਤੋਂ ਘੜਾ ਲਾਹ ਲਾਏ। ਅਤੇ ਵਾਹਿਗੁਰੂ ਆ ਕੇ ਪਾਣੀ ਦੇ ਛਿੱਟੇ ਮਾਰੋ, ਉਹ ਅੱਛੀਆਂ ਹੋਣਗੀਆਂ। ਸ੍ਰੀ ਗੁਰੂ ਜੀ ਮੈਂ ਮਹਾਰਾਜ ਦਾ ਹੁਕਮ ਪਾ, ਵਾਹਿਗੁਰੂ ਆ ਕੇ ਘੜਾ ਵੀ ਲਾ ਲਿਆ ਅਤੇ ਉਹਨਾਂ ਪਰ ਜਲ ਛਿੜਕਿਆ ਤਾਂ ਮਨੁੱਖ ਦੇਹ ਹੋ ਗਈਆਂ। ਅਤੇ ਸਭਨਾਂ ਨੂੰ ਸਿੱਖ ਕੀਤਾ, ਨਾਮ ਦਾ ਉਪਦੇਸ਼ ਦਿੱਤਾ। ਲੱਗੇ ਗੁਰੂ ਗੁਰੂ ਜਪਣ, ਧਰਮਸਾਲ ਬਣਵਾਈ। ਗੁਰੂ ਜੀ ਕੇ ਸਿੱਖ ਹੋਏ। ਤੇ ਨੂਰ ਸ਼ਾਹ ਸ੍ਰੀ ਗੁਰੂ ਜੀ ਅੱਗੇ ਮੱਥਾ ਟੇਕਿਆ ਤੇ ਕਿਹਾ, ਜੀ ਕਿਰਪਾ ਦ੍ਰਿਸ਼ਟੀ ਕਰੋ ਜੀ। ਤਾਂ ਸ੍ਰੀ ਗੁਰੂ ਜੀ ਉਸ ਨੂੰ ਨਾਮ ਦੇ ਕੇ ਸਿੱਖਣੀ ਬਣਾਇਆ। ਤੇ ਨੂਰ ਸ਼ਾਹ ਨੂੰ ਬਚਨ ਕਿਹਾ ਕਿ ਜੋ ਸਾਡਾ ਸਿੱਖ ਇੱਥੇ ਆਵੇ, ਸਾਡਾ ਨਾਮ ਲਵੇ, ਉਸ ਨੂੰ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਦੇਣਾ। ਫਿਰ ਨੂਰ ਸ਼ਾਹ ਨੇ ਕਿਹਾ, ਜੀ ਆਪਣਾ ਸਿੱਖ ਛੋੜ ਕਰਕੇ ਆਪ ਦਾ ਕੂਕਰ ਆਵੇ ਤਾਂ ਉਸ ਦੀ ਵੀ ਪੂਜਾ ਹੋਵੇਗੀ।
ਗੁਰੂ ਜੀ ਉਹਨਾਂ ਲੋਕਾਂ ਨੂੰ ਸਿੱਖ ਕਰਕੇ ਉੱਥੋਂ ਚੱਲਦੇ ਰਹੇ। ਬੋਲੋ ਭਾਈ ਜੀ ਵਾਹਿਗੁਰੂ। ਅੱਗੇ ਸਾਖੀ ਇੱਕ ਜ਼ਿਮੀਂਦਾਰ ਭੂਮੀਏ ਨਾਲ ਹੋਈ। ਇੱਕ ਜ਼ਿਮੀਂਦਾਰ ਭੂਮੀਆ ਸੀ, ਢਾਕੇ ਮੇ ਰਹਿੰਦਾ ਸੀ, ਪਰ ਉਸ ਦਾ ਇਹ ਕੰਮ ਸੀ ਕਿ ਦਿਨੇ ਰਸਤੇ ਵਿੱਚ ਧਾੜਾਂ ਪਾਉਂਦਾ ਅਤੇ ਰਾਤ ਨੂੰ ਲੋਕਾਂ ਦੇ ਘਰ ਚੋਰੀ ਕਰਾਉਂਦਾ। ਇਹ ਰੁਜ਼ਗਾਰ ਕਰਨਾ ਅਤੇ ਉਸ ਨਗਰੀ ਵਿੱਚ ਉਸ ਭੂਮੀਏ ਨੇ ਲੋਕਾਂ ਨੂੰ ਇਹ ਗੱਲ ਆਖੀ ਕਿ ਭਾਈ ਇਸ ਨਗਰੀ ਵਿੱਚ ਜੋ ਕੋਈ ਸਾਧ ਫਕੀਰ ਆਵੇ ਤਾਂ ਰਾਤ ਨਹੀਂ ਰਹਿਣ ਦੇਣਾ। ਜੇ ਕੋਈ ਰਾਤ ਰਹਿਣ ਦੇਵੇਗਾ ਤਾਂ ਉਸ ਦਾ ਘਰ-ਬਾਰ ਮੈਂ ਲੁੱਟ ਲਵਾਂਗਾ। ਫਿਰ ਉਹਨਾਂ ਨਗਰ ਵਾਸੀਆਂ ਆਖਿਆ, ਭਾਈ ਜੇ ਕੋਈ ਬਸਤੀ ਵੇਖ ਕੇ ਆਏ ਬੜੇ ਤਾਂ ਅਸੀਂ ਉਸ ਨੂੰ ਕੀ ਆਖੀਏ। ਤਾਂ ਉਸ ਭੂਮੀਏ ਕਿਹਾ, ਭਾਈ ਜੋ ਕੋਈ ਇੱਥੇ ਰਾਤ ਰਹਿਣ ਵਾਸਤੇ ਆਵੇ ਸੋ ਉਸ ਨੂੰ ਤੁਸੀਂ ਮੇਰੇ ਘਰ ਭੇਜ ਦੇਣਾ। ਇਹ ਜ਼ਿਮੀਂਦਾਰ ਨੇ ਉਹਨਾਂ ਲੋਕਾਂ ਨੂੰ ਕਹਿ ਕੇ ਆਪਣੇ ਘਰ ਮੇ ਇੱਕ ਧਰਮਸ਼ਾਲਾ ਬਣਵਾਈ ਅਤੇ 8 ਪਹਿਰ ਲੰਗਰ ਪੱਕਦਾ ਰਿਹਾ ਕਰੇ, ਅਤੇ ਜੇ ਕੋਈ ਉਸ ਦੇ ਘਰ ਆਵੇ ਸੋ ਪ੍ਰਸ਼ਾਦਾ ਖਵਾਏ ਬਗੈਰ ਨਾ ਜਾਣ ਦੇਵੇ। ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਜੀਵਾਂ ਦਾ ਉਧਾਰ ਕਰਦੇ ਕਰਦੇ ਇੱਕ ਦਿਨ ਉਸ ਦੇ ਗ੍ਰਾਮ ਵਿੱਚ ਜਾ ਪਹੁੰਚੇ। ਇੱਕ ਭਲੇ ਆਦਮੀ ਨੇ ਸਥਾਨ ਉੱਪਰ ਜਾ ਬੈਠੇ। ਉਹਨਾਂ ਨੇ ਇਕੱਠੇ ਹੋ ਕਰ ਸ੍ਰੀ ਗੁਰੂ ਜੀ ਅੱਗੇ ਮੱਥਾ ਟੇਕਿਆ ਅਤੇ ਕਹਿਓ ਨੇ, ਹੇ ਨਾਥ ਜੀ ਇੱਥੇ ਆਪ ਨਾ ਬੈਠੋ। ਸ੍ਰੀ ਗੁਰੂ ਜੀ ਕਿਹਾ, ਭਾਈ ਜੀ ਬਸਤੀ ਵੇਖ ਹਰ ਇੱਕ ਨੇ ਆਉਣਾ ਹੈ, ਕਿਉਂ ਜੋ ਉਜਾੜ ਵਿੱਚ ਤਾਂ ਕੋਈ ਨਹੀਂ ਬੈਠ ਸਕਦਾ। ਤਾਂ ਉਹਨਾਂ ਆਖਿਆ, ਹੇ ਸਾਧ ਜੀ ਇਸ ਜਗ੍ਹਾ ਦਾ ਜੋ ਸਰਦਾਰ ਹੈ ਉਸ ਦਾ ਇਹ ਹੁਕਮ ਹੈ ਕਿ ਜੋ ਸਾਧ ਫਕੀਰ ਇੱਥੇ ਆਵੇ ਸੋ ਉਸ ਨੂੰ ਮੇਰੇ ਘਰ ਭੇਜ ਦੇਣਾ, ਤੁਸਾਂ ਕਿਸੇ ਨੂੰ ਪਾਸ ਬੈਠਣ ਨਹੀਂ ਦੇਣਾ। ਤਾਂ ਸ੍ਰੀ ਗੁਰੂ ਜੀ ਕਿਹਾ, ਚਲੋ ਭਾਈ ਬਾਲਾ ਅਤੇ ਮਰਦਾਨਾ ਅਸੀਂ ਉਸ ਦੇ ਘਰ ਚੱਲ ਬੈਠਾਂਗੇ। ਤਾਂ ਗੁਰੂ ਜੀ ਮੈਂ ਅਤੇ ਮਰਦਾਨੇ ਵੀ ਹੱਥ ਜੋੜ ਕੇ ਆਖਿਆ, ਚਲੋ ਗੁਰੂ ਜੀ। ਤਾਂ ਫਿਰ ਗੁਰੂ ਨਾਨਕ ਜੀ ਉੱਥੋਂ ਉੱਠ ਕਰ ਉਸ ਭੂਮੀਏ ਦੇ ਘਰ ਜਾ ਬੈਠੇ। ਉਹ ਜ਼ਿਮੀਂਦਾਰ ਭੂਮੀਏ ਨੂੰ ਖਬਰ ਹੋਈ ਜੋ ਸਾਧ 3 ਪਰਮੇਸ਼ਰ ਦੇ ਪਿਆਰੇ ਇੱਥੇ ਆਏ ਹਨ। ਤਾਂ ਉਹ ਭੂਮੀਆ ਸ੍ਰੀ ਗੁਰੂ ਜੀ ਦੀ ਚਰਨੀ ਆ ਪਿਆ। ਗੁਰੂ ਜੀ ਕਿਹਾ, ਉਹ ਭਾਈ ਸਿੱਖਾ ਪਰਮੇਸ਼ਰ ਤੇਰਾ ਭਲਾ ਕਰੇ। ਤਾਂ ਉਸ ਭੂਮੀਏ ਹੱਥ ਜੋੜ ਕਰ ਬੇਨਤੀ ਕਰੀ, ਗਰੀਬ ਨਵਾਜ਼ ਜੀ ਪ੍ਰਸ਼ਾਦ ਤਿਆਰ ਹੈ, ਔਰ ਚੱਲ ਕੇ ਛਕੀਏ ਜੀ। ਤਾਂ ਗੁਰੂ ਜੀ ਕਿਹਾ, ਭਾਈ ਪ੍ਰਸ਼ਾਦ ਵੀ ਕਰ ਲਵਾਂਗੇ। ਤਾਂ ਸ੍ਰੀ ਗੁਰੂ ਜੀ ਘਟ ਘਟ ਦੀ ਜਾਣਨ ਹਾਰੇ ਪਰ ਬਾਹਰਲੇ ਦਿਲੋਂ ਉਸ ਪਾਸੋਂ ਕਹਾਇਆ। ਅਤੇ ਫਿਰ ਗੁਰੂ ਜੀ ਉਸ ਨੂੰ ਪੁੱਛਿਆ, ਸੁਣ ਭਾਈ ਸਿੱਖਾ, ਇਹ ਜੋ ਲੰਗਰ 8 ਪਹਿਰ ਤੇਰੇ ਘਰ ਚੱਲਦਾ ਰਹਿੰਦਾ ਹੈ, ਸੋ ਭਾਈ ਸਿੱਖਾ ਤੂੰ ਕੀ ਕਿਰਤ ਕਰਦਾ ਹੈ। ਉਸ ਭੂਮੀਏ ਸ੍ਰੀ ਗੁਰੂ ਜੀ ਦਾ ਦਰਸ਼ਨ ਕੀਤਾ। ਤਾਂ ਦਰਸ਼ਨ ਕਰਨ ਦੇ ਫਲ ਕਰ ਉਸ ਦੀ ਬੁੱਧ ਨਿਰਮਲ ਹੋਈ। ਉਸ ਨੇ ਆਪਣੀ ਕਿਰਤ ਸੱਚ ਗੁਰੂ ਜੀ ਦੇ ਅੱਗੇ ਦੱਸ ਦਿੱਤੀ। ਹੇ ਦੀਨ ਦਿਆਲ ਜੀ, ਮੇਰੀ ਕਿਰਤ ਇਹ ਹੈ ਜੀ, ਦਿਨ ਨੂੰ ਮੈਂ ਰਾਹ ਮਾਰਦਾ ਹਾਂ ਅਤੇ ਰਾਤ ਨੂੰ ਮੈਂ ਚੋਰ ਲਾਉਂਦਾ ਹਾਂ। ਜਦ ਉਸ ਨੇ ਗੱਲ ਆਖੀ ਤਾਂ ਸ੍ਰੀ ਗੁਰੂ ਜੀ ਕਿਹਾ, ਭਾਈ ਤੇਰਾ ਪ੍ਰਸ਼ਾਦ ਅਸੀਂ ਨਹੀਂ ਖਾਂਦੇ। ਤਾਂ ਉਸ ਭੂਮੀਏ ਨੇ ਅਰਜ਼ ਕੀਤੀ, ਹੇ ਮਿਹਰਬਾਨ ਜੀ, ਜੇ ਆਪ ਕੁਛ ਮੂੰਹ ਨਾ ਪਾਓਗੇ ਤਾਂ ਮੇਰਾ ਭਲਾ ਕਿਉਂ ਕਰੋ ਸੀ। ਗੁਰੂ ਜੀ ਕਿਹਾ, ਭਾਈ ਜੇ ਤੂੰ ਇਹ ਕਿਰਤ ਛੱਡੇਗਾ ਅਤੇ ਕੋਈ ਧਰਮ ਦੀ ਕਿਰਤ ਕਰੇਗਾ ਤਾਂ ਅਸੀਂ ਪ੍ਰਸ਼ਾਦ ਖਾਵਾਂਗੇ। ਭੂਮੀਆਂ ਦੇਵਣ ਵਾਲਾ ਤਾਂ ਸਭ ਨੂੰ ਪਰਮੇਸ਼ਰ ਹੈ। ਤਾਂ ਫਿਰ ਭੂਮੀਏ ਕਿਹਾ, ਅਰ ਪਿੱਛੇ ਵੀ ਇਹ ਕਿਰਤ ਮੇਰੇ ਪਿਓ ਦਾਦੇ ਦੀ ਹੁੰਦੀ ਆਈ ਹੈ। ਤਾਂ ਗੁਰੂ ਜੀ ਕਿਹਾ, ਭਾਈ ਇਸ ਨੇ ਸੱਚੋ ਸੱਚ ਆਖ ਦਿੱਤਾ ਹੈ। ਤਾਂ ਸ੍ਰੀ ਗੁਰੂ ਬਾਬੇ ਜੀ ਏਕ ਤੁਕ ਆਖੀ, ਇਹ ਸੱਚ ਸਭਨਾਂ ਦਾ ਖਸਮ ਹੈ, ਜਿਸ ਬਖਸ਼ੇ ਤੇ ਤਿਸ ਦੇ। ਤਾਂ ਗੁਰੂ ਨਾਨਕ ਕਿਹਾ, ਸੁਣ ਭਾਈ ਸਿੱਖਾ, ਜੇ ਤੂੰ ਸਾਡੇ 3 ਬਚਨ ਮੰਨੇ ਤਾਂ ਅਸੀਂ ਤੇਰਾ ਪ੍ਰਸ਼ਾਦ ਕਰਾਂਗੇ। ਤਾਂ ਉਹਨੇ ਕਿਹਾ, ਗਰੀਬ ਨਵਾਜ਼ ਜੀ, ਹੋਰ ਜੋ ਤੁਸੀਂ ਕਹੋਗੇ ਸੋ ਮੈਂ ਮੰਨਾਂਗਾ ਜੀ। ਤਾਂ ਗੁਰੂ ਕਿਹਾ, ਸੁਣ ਭਾਈ ਸਿੱਖਾ, ਇੱਕ ਤਾਂ ਤੂੰ ਸੱਚ ਬੋਲਿਆ ਕਰ, ਦੂਜਾ ਜਿਸ ਦਾ ਲੂਣ ਖਾਦਾ ਉਸ ਦਾ ਬੁਰਾ ਨਹੀਂ ਕਰਨਾ, ਅਤੇ ਤੀਜੇ ਗਰੀਬ ਮਾਰ ਨਹੀਂ ਕਰਨੀ। ਤਾਂ ਉਹ ਭੂਮੀਏ ਇਹ ਗੱਲ ਸੁਣ ਕਰ ਸ੍ਰੀ ਗੁਰੂ ਜੀ ਅੱਗੇ ਮੱਥਾ ਟੇਕਿਆ ਅਤੇ ਆਖਿਆ, ਜੀ ਇਹ 3 ਬਚਨ ਮੈਂ ਮਨਜ਼ੂਰ ਕੀਤੇ। ਸ੍ਰੀ ਗੁਰੂ ਨਾਨਕ ਜੀ ਸੱਚ ਦੇ ਪ੍ਰਥਾਏ ਇੱਕ ਪੌੜੀ ਆਖੀ, ਸੱਚਾ ਸਾਹਿਬ ਇੱਕ ਤੂੰ, ਜਿਨ ਸੱਚੋ ਸੱਚ ਵਰਤਾਇਆ, ਜਿਸ ਨੂੰ ਦੇ ਤਿਸ ਮਿਲੇ ਸੱਚ, ਤਾਂ ਤਿੰਨੀ ਸੱਚ ਕਮਾਇਆ।
ਸਤਿਗੁਰੂ ਮਿਲਿਆ ਸੱਚ ਪਾਇਆ। ਜਿਸ ਕੇ ਹਿਰਦੇ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ, ਮਨ ਮੁਖੀ ਜਨਮ ਗਵਾਇਆ। ਵਿੱਚ ਦੁਨੀਆ ਕਾਹੇ ਆਇਆ। ਤਾਂ ਗੁਰੂ ਨਾਨਕ ਜੀ ਕਹਿਆ, ਏ ਭੂਮੀਆ, ਇਹ ਸੱਚ ਬੋਲਣਾ ਤਾਂ ਪ੍ਰਵਾਨ ਹੁੰਦਾ ਹੈ। ਇਹ ਸੱਚ ਬੋਲਣਾ ਤਾਂ ਪ੍ਰਵਾਨ ਹੁੰਦਾ ਹੈ, ਜਾਂ ਇਹ ਰਹਿ ਤਾਂ ਧਾਰੇ। ਤਾਂ ਭੂਮੀਏ ਕਹਿਆ, ਜੀ ਕਿਹੜੀਆਂ ਰਹਿ ਤਾਂ ਕਹੋ ਜੀ। ਰਾਗ ਆਸਾ ਮਹੱਲਾ ਪਹਿਲਾ। ਸੱਚ ਤਾਂ ਪਰ ਜਾਣੀਏ, ਜਾਂ ਹਿਰਦੇ ਸੱਚਾ ਹੋਏ। ਕੂੜ ਕੀ ਮਲ ਉਤਰੇ, ਤਨ ਕਰੇ ਅੱਛਾ ਧੋਏ। ਸੱਚ ਤਾਂ ਪਰ ਜਾਣੀਏ, ਜਾਂ ਸੱਚ ਧਰੇ ਪਿਆਰ। ਨਾਉ ਸੁਣ ਮਨ ਰਹਿਸੀਏ, ਤਾਂ ਪਾਈਏ ਮੋਖ ਦੁਆਰ। ਸੱਚ ਤਾਂ ਪਰ ਜਾਣੀਏ, ਜਾਂ ਜੁਗਤ ਜਾਣੇ ਜੀਓ। ਧਰਤ ਕਾਇਆ ਸਾਧ ਕੈ, ਵਿੱਚ ਦੇ ਕਰਤਾ ਬੀਓ। ਸੱਚ ਤਾਂ ਪਰ ਜਾਣੀਏ, ਜਾਂ ਸਿੱਖ ਸੱਚੀ ਲੇ। ਦਇਆ ਜਾਣੇ ਜੀ ਕੀ, ਕਿਛ ਪੁੰਨ ਦਾਨ ਕਰੇ। ਸੱਚ ਤਾਂ ਪਰ ਜਾਣੀਏ, ਜਾਂ ਆਤਮ ਤੀਰਥ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ। ਨਾਨਕ ਵਖਾਣੇ ਬੇਨਤੀ, ਜਿਨ ਸੱਚ ਪੱਲੇ ਹੋਏ। ਇਹ ਸ਼ਲੋਕ ਸ੍ਰੀ ਗੁਰੂ ਨਾਨਕ ਜੀ ਦੀ ਰਸਨਾ ਤੇ ਸਰਵਣ ਕਰਕੇ ਭੂਮੀਏ ਨੇ ਕਿਹਾ, ਜੀ ਸੰਤ ਜੀ, ਜੋ ਆਪਕੇ ਬਚਨੇ ਸੋ ਮੈਂ ਮੰਨ ਲਏ। ਤਾਂ ਗੁਰੂ ਜੀ ਬਹੁਤ ਤਕੀਦ ਕੀਤੀ। ਭੂਮੀਏ ਬਚਨ ਦਿੱਤਾ ਤਾਂ ਗੁਰੂ ਨਾਨਕ ਜੀ ਕਿਹਾ, ਭਾਈ ਸਿੱਖਾ, ਜੋ ਤੈਂ ਪਿੱਛੇ ਕਰਮ ਕੀਤੇ ਹੈ ਸੋ ਵੀ ਤੇਰੇ ਬਖਸ਼ੇ ਹੈ। ਜੋ ਹੁਣ ਕਰਮ ਕਰਦਾ ਹੈ ਸੋ ਵੀ ਬਖਸ਼ੇ ਹੈ। ਅਤੇ ਪਰਮੇਸ਼ਰ ਦੀ ਦਰਗਾਹ ਵਿੱਚ ਅਸੀਂ ਤੇਰਿਆਂ ਅਮਾਲਾਂ ਦੇ ਜਾਮਣ ਹੋਵਾਂਗੇ। ਤੂੰ 3 ਵਚਨ ਜ਼ਰੂਰ ਮੰਨਣੇ ਨੇ। ਉਹ ਸਿੱਖ ਨੇ ਮੱਥਾ ਟੇਕਿਆ ਤਾਂ ਸ੍ਰੀ ਗੁਰੂ ਨਾਨਕ ਜੀ ਉਸ ਦੇ ਘਰ ਪ੍ਰਸ਼ਾਦ ਪਾਇਆ। ਗੁਰੂ ਜੀ ਉਸ ਦੇ ਡੇਰੇ 5 ਦਿਨ ਰਹੇ। ਉਹ ਸਿੱਖ ਭੂਮੀਏ ਬਹੁਤ ਸੇਵਾ ਕੀਤੀ ਤਾਂ ਗੁਰੂ ਨਾਨਕ ਜੀ ਉਸ ਨੂੰ ਖੁਸ਼ੀ ਕਰਕੇ ਉੱਥੋਂ ਚੱਲਦੇ ਰਹੇ। ਤਾਂ ਪਿੱਛੋਂ ਉਸਨੇ ਵਿਚਾਰਿਆ, ਭਾਈ, ਮੈਂ ਹੁਣ ਕਿਸ ਜੀਵਨ 'ਤੇ ਪਾਪ ਕਰਦਾ ਹਾਂ। ਇੱਕ ਤਾਂ ਮੈਨੂੰ ਸਾਧੂ ਦਾ ਸੰਗ ਪਿਆ, ਦੂਸਰਾ ਸਤਿਗੁਰੂ ਦਾ ਦਰਸ਼ਨ ਹੋਇਆ। ਇਹ ਚਿੰਤਾ ਕਰੇ ਤੇ ਇੱਕ ਦਿਨ ਉਸ ਭੂਮੀਏ ਦੇ ਮਨ ਵਿੱਚ ਵਿਚਾਰ ਕੀਤੀ, ਭਾਈ, ਹੁਣ ਮੈਂ ਕਿਸੇ ਰਾਜੇ ਦਾ ਭੰਡਾਰ ਭੰਨ ਕੇ ਪਦਾਰਥ ਲਿਆਵਾਂਗਾ। ਨਾਲੇ ਆਪ ਖਾਵਾਂਗਾ ਅਤੇ ਨਾਲੇ ਫਕੀਰਾਂ ਨੂੰ ਖਿਲਾਵਾਂਗਾ। ਇਹ ਉਸਨੇ ਵਿਚਾਰ ਕਰਕੇ ਬਹੁਤ ਅੱਛੇ ਕੱਪੜੇ ਅਤੇ ਇਸ਼ਨਾਨ ਕਰਕੇ ਪੁਸ਼ਾਕ ਪਹਿਨ ਲਈ ਔਰ ਕੜਾ, ਕੰਠਾ, ਕੁੰਡਲਾ, ਮੋਤੀ, ਜਵਾਹਰਾਤ ਪਹਿਨ ਲਏ ਅਤੇ ਸੀਸ 'ਤੇ ਦਸਤਾਰ ਸਜਾਈ। ਜਦ 4 ਘੜੀਆਂ ਰਾਤ ਗਈ ਤਾਂ ਉਹ ਸਿੱਖ ਰਾਜੇ ਦੇ ਦਰਵਾਜ਼ੇ ਉੱਪਰ ਜਾ ਖੜਾ ਹੁਆ। ਉਹ ਅੰਦਰ ਨੂੰ ਚੱਲਿਆ ਤਾਂ ਚੌਕੀਦਾਰ ਨੇ ਕਿਹਾ, ਭਾਈ, ਤੂੰ ਕੌਣ ਹੈ ਜੋ ਇਸ ਵਕਤ ਤੂੰ ਰਾਜਾ ਦੇ ਅੰਦਰ ਜਾਂਦਾ ਹੈ। ਉਸ ਭੂਮੀਏ ਮਨ ਵਿੱਚ ਵਿਚਾਰ ਕੀਤੀ, ਜੋ ਭਾਈ, ਮੈਨੂੰ ਗੁਰੂ ਜੀ ਕਾ ਹੁਕਮ ਹੈ ਕਿ ਸੱਚ ਬੋਲਣਾ ਹੈ। ਤਾਂ ਭਾਵੇਂ ਮੈਂ ਮਾਰਿਆ ਹੀ ਜਾਵਾਂ ਅਤੇ ਭਾਵੇਂ ਬਚ ਰਹਾਂ, ਪਰ ਮੈਂ ਤਾਂ ਝੂਠ ਨਹੀਂ ਕਹਿਣਾ। ਭੂਮੀਏ ਕਿਹਾ, ਭਾਈ, ਮੈਂ ਚੋਰ ਹਾਂ। ਤਾਂ ਉਹਨਾਂ ਦਰਬਾਨਾ ਕਿਹਾ, ਜਾ ਭਾਈ, ਤੂੰ ਕੋਈ ਆਪਣਾ ਹੀ ਹੈ ਅਤੇ ਅਸਾਂ ਨੂੰ ਹੱਸਦਾ ਹੈ। ਤਾਂ ਦਰਬਾਨਾ ਕਿਹਾ, ਭਾਈ, ਜੇ ਚੋਰ ਹੁੰਦਾ ਤਾਂ ਆਪਣੇ ਮੂੰਹ ਕਿਉਂ ਕਹਿੰਦਾ ਅਤੇ ਮੈਂ ਚੋਰ ਹਾਂ। ਇਹ ਵਿਚਾਰ ਕੇ ਦਰਬਾਨਾ ਕਿਹਾ, ਜਾ ਭਾਈ ਜੀ, ਤੂੰ ਰਾਜਾ ਦਾ ਸੰਬੰਧੀ ਹੈ। ਤਾਂ ਉਹ ਸਿੱਖ ਰਾਜਾ ਦੇ ਅੰਦਰ ਜਾ ਵੜਿਆ ਤਾਂ ਵੇਖਦਾ ਖਾਸ ਤੋਸ਼ੇਖਾਨਾ ਵੀ ਉਸਦੇ ਖਾਸ ਤੋਸ਼ੇਖਾਨਾ ਸੀ, ਉਸ ਦੇ ਅੰਦਰ ਜਾ ਬੈਠਾ। ਉਹ ਸਿੱਖ ਨੇ ਹੀਰੇ, ਮੋਤੀ, ਜਵਾਹਰਾਤ ਅਤੇ ਹੋਰ ਕੀਮਤੀ ਚੀਜ਼ਾਂ ਇਕੱਤਰ ਕਰਕੇ ਵੱਡੀ ਪੰਡ ਬੰਨ੍ਹ ਲਈ। ਅਤੇ ਫਿਰ ਉਸ ਸਿੱਖ ਦੀ ਨਜ਼ਰ ਪਈ ਇੱਕ ਸਰਵਣ ਦੇ ਰਕੇਬੀ ਆਲੇ ਦੇ ਵਿੱਚ ਪਈ ਹੋਈ ਸੀ। ਜਾਂ ਉਸਨੇ ਉਸ ਨੂੰ ਹੱਥ ਪਾਇਆ ਅਤੇ ਉਸ ਦੇ ਵਿੱਚ ਦੇਖਿਆ ਕੁਝ ਬਰੀਕ ਕੁੱਟੀ ਹੋਈ ਚੀਜ਼ ਹੈ। ਉਸ ਦੀਆਂ ਉਂਗਲਾਂ ਨਾਲ ਉਹ ਚੀਜ਼ ਲੱਗ ਗਈ ਅਤੇ ਉਹ ਜ਼ਬਾਨ ਨੂੰ ਲੱਗਾ ਅਤੇ ਨਿਮਕ ਦਾ ਸਵਾਦ ਆਇਆ। ਤਾਂ ਉਸਨੇ ਮਨ ਵਿੱਚ ਕਿਹਾ, ਭਾਈ, ਮੈਨੂੰ ਸੰਤਾਂ ਦੀ ਆਗਿਆ ਹੈ ਕਿ ਲੂਣ ਖਾ ਕੇ ਬੁਰਾ ਨਹੀਂ ਮੰਗਣਾ। ਅਤੇ ਉਹ ਰਾਜਾ ਦਾ ਚੂਰਨ ਸੀ ਜਿਹੜਾ ਉਸ ਦੇ ਮੂੰਹ ਵਿੱਚ ਪਿਆ ਸੀ। ਤਾਂ ਉਹ ਸਿੱਖ ਖਾਲੀ ਆਪਣੇ ਘਰ ਨੂੰ ਉੱਠ ਆਇਆ। ਜਾਂ ਸਵੇਰ ਹੋਈ ਤਾਂ ਸਾਰੇ ਰੌਲਾ ਹੋ ਰਿਹਾ ਕਿ ਰਾਜੇ ਦਾ ਭੰਡਾਰ ਭੱਜਾ। ਜਦ ਰਾਜੇ ਜਾਏ ਕਰ ਦੇਖਿਆ ਤਾਂ ਪਦਾਰਥ ਸਭ ਹਨ, ਪੰਡ ਬੱਧੀ ਹੋਈ ਹੈ ਅਤੇ ਇੱਕ ਕੌਡੀ ਵੀ ਨਹੀਂ ਗਈ।
ਸਭ ਚੀਜ਼ ਤਲਾਸ਼ੀ ਕੀਤੀ, ਦੇਖਣ ਤਾਂ ਕੁਝ ਵੀ ਨਹੀਂ ਗਿਆ। ਤਾਂ ਰਾਜੇ ਨੂੰ ਬੜੀ ਚਿੰਤਾ ਹੋਈ। ਇਹ ਪਰਮੇਸ਼ਰ, ਇਹ ਕਿਆ ਹੋਇਆ ਕਿ ਮੇਰੇ ਭੰਡਾਰ ਵਿੱਚੋਂ ਚੋਰ ਖਾਲੀ ਗਿਆ। ਤਾਂ ਰਾਜੇ ਨੇ ਦਰਬਾਨਾਂ ਨੂੰ ਪੁੱਛਿਆ, ਭਾਈ ਸੱਚ ਦੱਸੋ, ਜੋ ਰਾਤ ਨੂੰ ਇੱਥੇ ਕੌਣ ਆਇਆ ਹੈ? ਉਹਨਾਂ ਦਰਬਾਨਾਂ ਨੇ ਅਰਜ਼ ਕੀਤੀ, ਹੇ ਰਾਜਾ ਧਰਾਜ, ਇੱਕ ਆਦਮੀ ਬੜਾ ਭਲਾ ਮਾਨਸ, ਚੰਗੇ ਬਸਤਰ ਪਹਿਰੇ ਹੋਏ ਹੈ ਔਰ ਜੇਵਰ ਗਲ ਪਾਇਆ ਹੋਇਆ। 4 ਘੜੀਆਂ ਰਾਤ ਗਈ, ਉਹ ਆਪਣੇ ਦਰਵਾਜ਼ੇ ਦੇ ਅੰਦਰ ਜਾਣ ਲੱਗਾ ਹੀ ਤਾਂ ਅਸਾਂ ਉਸ ਨੂੰ ਪੁੱਛਿਆ, ਭਾਈ ਤੂੰ ਕੌਣ ਹੈ, ਇਸ ਵਕਤ ਅੰਦਰ ਜਾਂਦਾ ਹੈ? ਤਾਂ ਉਹਨੇ ਕਿਹਾ, ਭਾਈ ਮੈਂ ਚੋਰ ਹਾਂ। ਅਸਾਂ ਕਿਹਾ, ਭਾਈ ਤੂੰ ਕੋਈ ਆਪਣਾ ਹੀ ਹੈ, ਸਾਨੂੰ ਹੱਸਦਾ ਹੈ। ਸੋ ਇਹ ਗਰੀਬ ਨਵਾਜ਼ ਜੀ, ਅਸਾਂ ਕਿਹਾ ਜੀ ਜਾ, ਉਹ ਅੰਦਰ ਲੰਘਾ ਹੈ ਜੀ। ਤੇ ਰਾਜਾ ਜੀ, ਹੋਰ ਤਾਂ ਕੋਈ ਨਹੀਂ ਆਇਆ। ਤਾਂ ਰਾਜੇ ਨੇ ਹੁਕਮ ਦਿੱਤਾ, ਭਾਈ ਉਸ ਆਦਮੀ ਤਲਾਸ਼ ਕਰੋ। ਦਰਬਾਨ ਉਸ ਦੀ ਤਲਾਸ਼ ਲੱਗੇ ਕਰਨ, ਉਹ ਕਿਤੇ ਨਹੀਂ ਮਿਲਿਆ। ਫਿਰ ਰਾਜੇ ਹੁਕਮ ਦਿੱਤਾ, ਭਾਈ ਢੰਡੋਰਾ ਫੇਰੋ ਕਿ ਜੋ ਚੋਰ ਹੈ ਸੋ ਮੈਨੂੰ ਆ ਮਿਲੇ, ਤਾਂ ਮੈਂ ਖਲੋਤੀ ਪਾਤਸ਼ਾਹੀ ਉਹਨੂੰ ਦੇਵਾਂਗਾ। ਇਹ ਰਾਜਾ ਦਾ ਹੁਕਮ ਲੈ ਕੇ ਦਰਬਾਨਾ 3 ਦਿਨ ਢੰਡੋਰਾ ਫੇਰਿਆ, ਪਰ ਚੋਰ ਰਾਜਾ ਨੂੰ ਮਿਲਿਆ ਨਹੀਂ। ਰਾਜੇ ਖਫਾ ਹੋ ਕੇ ਕਿਹਾ ਕਿ ਜੋ ਬਦਮਾਸ਼ ਔਰ ਨਿਕੰਮਾ ਹੋਵੇ ਉਹਨੂੰ ਪਕੜੋ, ਮਾਰੋ। ਰਾਜੇ ਦੀ ਆਗਿਆ ਹੋਈ ਤਾਂ ਲੱਗੇ ਗਰੀਬਾਂ ਨੂੰ ਮਾਰਨ। ਇਹ ਗੱਲ ਸਾਰੇ ਫੈਲ ਗਈ। ਤਾਂ ਉਹ ਸਿੱਖ ਨੇ ਕਿਹਾ, ਭਾਈ ਮੈਨੂੰ ਗੁਰੂ ਦਾ ਹੁਕਮ ਹੈ ਜੋ ਗਰੀਬ ਮਾਰ ਨਹੀਂ ਕਰਨੀ, ਤੇ ਹੁਣ ਤਾਂ ਇਹ ਮੇਰੇ ਪਿੱਛੇ ਗਰੀਬ ਮਾਰੀ ਦੇਣ। ਹੁਣ ਮੈਂ ਰਾਜਾ ਨੂੰ ਜਾ ਮਿਲਦਾ ਹਾਂ, ਭਾਵੇਂ ਮਾਰੇ ਤੇ ਭਾਵੇਂ ਛੱਡੇ। ਤਾਂ ਚੋਰ ਨੇ ਰਾਜਾ ਨੂੰ ਜਾ ਕਰ ਕਿਹਾ, ਹੇ ਰਾਜਾ ਜੀ, ਇਹਨਾਂ ਗਰੀਬਾਂ ਨੂੰ ਛੱਡ ਦੇ, ਕਿਉਂ ਜੋ ਤੇਰਾ ਚੋਰ ਮੈਂ ਹਾਂ। ਜੋ ਤੂੰ ਪੁੱਛਣਾ ਸੋ ਮੈਨੂੰ ਪੁੱਛ ਲੈ, ਮੈਂ ਉੱਤਰ ਦੇਵਾਂਗਾ। ਜਦੋਂ ਰਾਜੇ ਨੇ ਇਹ ਸੁਣਿਆ ਤਾਂ ਸਭ ਲੋਕ ਛੱਡ ਦਿੱਤੇ। ਤਾਂ ਉਸ ਨੂੰ ਪੁੱਛਿਆ, ਭਾਈ ਸਿੱਖਾ, ਮੈਨੂੰ ਇਹ ਦੱਸ, ਜੋ ਮੇਰੇ ਤੋਸ਼ੇਖਾਨੇ ਵਿੱਚ ਤੂੰ ਖਾਲੀ ਕਿਉਂ ਗਿਆ ਹੈ? ਉਸ ਸਮੇਂ ਤੇਰੇ ਮਨ ਵਿੱਚ ਕਿਆ ਆਈ? ਤਾਂ ਉਸ ਭੂਮੀਏ ਸਿੱਖ ਨੇ ਆਖਿਆ, ਸੁਣੋ ਰਾਜਾ ਜੀ, ਮੈਨੂੰ ਪੂਰਾ ਸਤਿਗੁਰੂ ਮਿਲਿਆ ਹੈ। ਤਾਂ ਉਸ ਰਾਜੇ ਨੇ ਕਿਹਾ, ਭਾਈ ਸਿੱਖਾ, ਉਸ ਗੁਰੂ ਦੀ ਕੀ ਨਿਸ਼ਾਨੀ ਹੈ? ਤਾਂ ਉਸ ਭੂਮੀਏ ਸਿੱਖ ਨੇ ਆਖਿਆ, ਸਭ ਹਕੀਕਤ ਗੁਰੂ ਨਾਨਕ ਜੀ ਦੇ ਮਿਲਦੀ ਤੇ 3 ਬਚਨ ਮੰਨਣ ਦੀ ਸੰਪੂਰਨ ਕਥਾ ਸੁਣਾਈ। ਜਦ ਉਸ ਰਾਜ ਨੇ ਗੁਰੂ ਜੀ ਦੀ ਸਭ ਹਕੀਕਤ ਸੁਣੀ ਤਾਂ ਬੜਾ ਪ੍ਰਸੰਨ ਹੋਇਆ, ਬਹੁਤ ਬਿਗਸਿਆ ਅਤੇ ਕਿਹਾ, ਸਿੱਖਾ ਤੂੰ ਧੰਨ ਹੈ, ਧੰਨ ਤੇਰਾ ਗੁਰੂ ਹੈ ਜਿਸ ਨੇ ਤੈਨੂੰ ਇਹ ਉਪਦੇਸ਼ ਦਿਆ ਹੈ, ਅਤੇ ਧੰਨ ਤੇਰੀ ਪ੍ਰਤੀਤ ਹੈ ਜੋ ਤੂੰ ਸਾਧ ਦੇ ਬਚਨਾਂ ਉੱਪਰ ਨਿਸ਼ਚਾ ਕੀਤਾ ਹੈ। ਤੂੰ ਮੇਰੇ ਸਿਰ ਵਜ਼ੀਰਾਂ ਦਾ ਵਜ਼ੀਰ ਹੋਇਓ। ਤਾਂ ਰਾਜੇ ਨੇ ਉਸ ਸਿੱਖ ਨੂੰ ਸਿਰੋਪਾ ਦੇ ਕਰ ਆਪਣਾ ਵਜ਼ੀਰ ਬਣਾਇਆ। ਜਦ ਫਿਰ ਕਿਤਨੇ ਕੁ ਦਿਨ ਹੋਏ ਤਾਂ ਰਾਜੇ ਨੇ ਉਸ ਸਿੱਖ ਨੂੰ ਆਖਿਆ, ਭਾਈ ਸਿੱਖਾ, ਤੂੰ ਮੈਨੂੰ ਆਪਣਾ ਸਿੱਖ ਕਰ। ਤਾਂ ਉਹ ਸਿੱਖ ਨੇ ਕਿਹਾ, ਰਾਜਾ, ਅਜੇ ਤਾਂ ਮੈਂ ਹੀ ਸਿੱਖ ਹੋਣ ਨੂੰ ਫਿਰਦਾ ਹਾਂ, ਅਤੇ ਮੈਂ ਤੈਨੂੰ ਕਿਸ ਤਰ੍ਹਾਂ ਕਰਾਂ? ਪਰ ਹੇ ਰਾਜਾ ਜੀ, ਜੇ ਤੂੰ ਸਿੱਖ ਹੋਣਾ ਹੈ ਤਾਂ ਤੂੰ ਸ੍ਰੀ ਗੁਰੂ ਨਾਨਕ ਜੀ ਦੀ ਧਰਮਸ਼ਾਲਾ ਬਣਵਾਓ, ਪਰ ਪੌਣੀ ਸਹਿਤ ਆਏ ਸਿੱਖ ਸੰਤ ਦੀ ਸੇਵਾ ਕਰ, ਇਸ ਕਰਨੀ ਤੇ ਤੇਰਾ ਭਲਾ ਹੋਵੇਗਾ, ਅਤੇ ਗੁਰੂ ਨਾਨਕ ਜੀ ਵੀ ਤੈਨੂੰ ਆਪ ਦਰਸ਼ਨ ਦੇਣਗੇ। ਕਿਉਂ ਜੋ ਘਟ ਘਟ ਕੀ ਜਾਣਨ ਹਾਰੇ ਹਨ, ਜਾਂ ਕੋਈ ਉਹਨਾਂ ਨੂੰ ਸਿਮਰਦਾ ਹੈ, ਉਸ ਦੀ ਕਾਮਨਾ ਪੂਰਨ ਕਰਨ ਵਾਲੇ ਹਨ। ਸੋ ਹੇ ਰਾਜਾ, ਤੂੰ ਹਾਜ਼ਰ ਨਾਜ਼ਰ ਜਾਣ, ਗੁਰੂ ਨਾਨਕ ਜੀ ਧਰਮ ਅਵਤਾਰ ਹਨ। ਇਹ ਬਾਤ ਸੁਣ ਕੇ ਰਾਜਾ ਨੇ ਧਰਮਸ਼ਾਲਾ ਬਣਵਾਈ। 8 ਪਹਿਰ ਲੰਗਰ ਲੱਗਾ ਰਹੇ, ਬਿਰਥਾ ਕੋਈ ਨਾ ਜਾਏ। ਤੀਸਰੇ ਪਹਿਰ ਨਿਤ ਕੀਰਤਨ ਹੋਵੇ। ਰਾਜਾ ਰਾਣੀ ਨੇਮ ਨਾਲ ਆਪ ਬੈਠ ਕੇ ਕੀਰਤਨ ਸੁਣਨ। ਜਦ ਕੀਰਤਨ ਦਾ ਭੋਗ ਪਵੇ ਤਾਂ ਸੰਤ ਆਪੋ ਆਪਣੇ ਸਥਾਨਾਂ ਕੋ ਜਾਂਦੇ ਹਨ। ਇੱਕ ਦਿਨ ਰਾਜੇ ਰਾਣੀ ਨੇ ਸੰਗਤ ਅੱਗੇ ਹੱਥ ਜੋੜ ਕੇ ਅਰਜ਼ ਕੀਤੀ, ਹੇ ਗੁਰੂ ਦੇ ਪਿਆਰਿਓ, ਗੁਰੂ ਵਿੱਚ ਤੇ ਸੰਗਤ ਵਿੱਚ ਭੇਦ ਕੋਈ ਨਹੀਂ। ਜੋ ਮਹਾਰਾਜ ਜੀ ਸਾਡੇ ਘਰ ਸੰਤਾਨ ਨਹੀਂ ਹੁੰਦੀ, ਜੇਕਰ ਆਪ ਸਭ ਸ੍ਰੀ ਗੁਰੂ ਜੀ ਅੱਗੇ ਹੱਥ ਜੋੜ ਕੇ ਅਰਦਾਸ ਕਰੋ ਜੀ, ਗੁਰੂ ਸਾਡੇ ਘਰ ਕੋਈ ਫਲ ਦੇਵੇ। ਸਿੱਖਾਂ ਆਖਿਆ, ਰਾਜਾ, ਸਵੇਰੇ ਸਭ ਸਾਧ ਸਿੱਖ ਇਕੱਠੇ ਕਰਕੇ ਸ੍ਰੀ ਗੁਰੂ ਜੀ ਦਾ ਕੜਾਹ ਪ੍ਰਸ਼ਾਦ ਕਰਾ ਕੇ ਅਰਦਾਸ ਕਰਾਈ। ਰਾਜੇ ਸਾਰੇ ਸੱਦਾ ਦੇ ਕੇ ਸਭ ਸਿੱਖ ਸਾਧ ਇਕੱਠੇ ਕਰਕੇ ਪੰਚਾਮ੍ਰਿਤ ਕਰਵਾ ਕੇ ਰਾਜੇ ਤੇ ਰਾਣੀ ਨੇ ਹੱਥ ਜੋੜ ਕਰ
ਸੰਗਤ ਅੱਗੇ ਬੇਨਤੀ ਕੀਤੀ ਹੈ ਕਿ ਗਰੀਬ ਨਵਾਜ ਜੀ, ਤੁਸੀਂ ਸ੍ਰੀ ਗੁਰੂ ਜੀ ਕਾ ਦੀਵਾਨ ਹੋ ਅਤੇ ਸ੍ਰੀ ਗੁਰੂ ਜੀ ਕਾ ਵਾਕ ਹੈ, ਜੋ 20ਵੇਂ ਗੁਰੂ ਅਤੇ 21ਵੇਂ ਸੰਗਤ ਹੈ। ਮਹਾਰਾਜ ਜੀ, ਗੁਰੂ ਜੀ ਅੱਗੇ ਅਰਦਾਸ ਕਰੋ ਅਤੇ ਸੰਗਤ ਦੇ ਬਚਨਾਂ ਕਰਕੇ ਖੰਡ ਬ੍ਰਹਮੰਡ ਬਖਸ਼ੇ ਜਾਂਦੇ ਹਨ। ਸੋ ਤੁਸੀਂ ਗੁਰੂ ਜੀ ਅੱਗੇ ਅਰਦਾਸ ਕਰਕੇ ਇੱਕ ਫਲ ਲੈ ਦਿਓ ਜੀ, ਕਿਉਂਕਿ ਸ੍ਰੀ ਮੁੱਖ ਵਾਕ ਮਹੱਲਾ ਪਹਿਲਾ, ਪੁੱਤੀ ਗੰਢ ਪਵੇ ਸੰਸਾਰ, ਪੁੱਤਰ ਹੋਣ ਤਾਂ ਸੰਸਾਰ ਨਾਲ ਸਾਂਝ ਹੁੰਦੀ ਹੈ। ਸ੍ਰੀ ਗੁਰੂ ਜੀ ਦੀ ਸੰਗਤ ਦਾ ਵਾਧਾ ਹੁੰਦਾ ਹੈ, ਪਰਮੇਸ਼ਰ ਦੀ ਸ੍ਰਿਸ਼ਟੀ ਵੱਧਦੀ ਹੈ ਅਤੇ ਤਾਂ ਸੰਗਤ ਵਿੱਚੋਂ ਆਵਾਜ਼ ਆਈ। ਸਰਬੱਤਰ ਨੇ ਸ੍ਰੀ ਗੁਰੂ ਅੱਗੇ ਅਰਦਾਸ ਕੀਤੀ ਅਤੇ ਕਿਹਾ ਹੈ, ਗੁਰੂ ਜੀ ਤੁਸੀਂ ਜਾਰਾ ਹਜ਼ੂਰ ਹੋ, ਅਰ ਜੋ ਵਸਤ ਆਪ ਦੇ ਹਜ਼ੂਰੋਂ ਮੰਗੀ ਦੀ ਹੈ ਸੋ ਆਪ ਮਿਲਦੀ ਹੈ। ਸੋ ਦੀਨ ਦਿਆਲ ਜੀ, ਇਹ ਰਾਜਾ ਅਤੇ ਰਾਣੀ ਆਪ ਦੇ ਸਿੱਖ ਹਨ। ਇਹ ਆਪ ਦੀ ਵਿੱਚ ਕਰ ਸੰਤਾਂ ਦੀ ਸੇਵਾ ਕਰਦੇ ਹਨ ਅਤੇ ਸੰਤ ਸਿੱਖ ਆਪ ਨੂੰ ਪਿਆਰੇ ਹੁੰਦੇ ਨੇ। ਸਰਬੱਤ ਨੇ ਹੱਥ ਜੋੜ ਕੇ ਅਰਦਾਸ ਕੀਤੀ ਹੈ, ਗੁਰੂ ਜੀ ਇਸ ਰਾਜਾ ਦੇ ਘਰ ਲੜਕਾ ਹੋਵੇ। ਤਾਂ ਸੰਗਤਾਂ ਰਾਜੇ ਅਤੇ ਰਾਣੀ ਨੂੰ ਕਿਹਾ, ਤੁਹਾਡੇ ਘਰ ਗੁਰੂ ਬੇਟਾ ਦੇਵੇਗਾ। ਹੇ ਰਾਜਾ, ਫਲ ਜ਼ਰੂਰ ਤੇਰੇ ਘਰ ਹੋਵੇਗਾ, ਪਰ ਪ੍ਰੀਤ ਔਰ ਪ੍ਰਤੀਤ ਕਰਨੀ। ਤਾਂ ਰਾਜੇ ਰਾਣੀ ਮੱਥਾ ਟੇਕਿਆ ਅਤੇ ਪ੍ਰਸ਼ਾਦ ਲੈ ਕੇ ਆਪਣੇ ਸਥਾਨ ਪਰ ਜਾ ਬੈਠੇ। ਜਦ 10 ਮਹੀਨੇ ਗੁਜ਼ਰੇ, ਰਾਜੇ ਦੇ ਘਰ ਕੰਨਿਆ ਨੇ ਜਨਮ ਲਿਆ। ਤਾਂ ਰਾਜਾ ਨੂੰ ਘਰੋਂ ਖਬਰ ਆਈ ਕੰਨਿਆ ਹੋਈ ਹੈ। ਤਾਂ ਰਾਜੇ ਨੇ ਮਨ ਵਿੱਚ ਵਿਚਾਰ ਕੀਤੀ ਕਿ ਗੁਰੂ ਜੀ ਦੀ ਸੰਗਤ ਵਿੱਚੋਂ ਆਵਾਜ਼ ਆਈ ਸੀ ਉਹ ਲੜਕਾ ਹੋਵੇਗਾ। ਇਹ ਵਿਚਾਰ ਕਰਕੇ ਵਧਾਈ ਪੁੱਤਰ ਦੀ ਵੰਡੀ ਅਤੇ ਪੁੱਤਰ ਦੀ ਤਰ੍ਹਾਂ ਪੜ੍ਹਾਇਆ, ਕੱਪੜਾ ਗਹਿਣਾ ਰਹਿਣਾ ਪਰਿਵਾਰ ਵਾਲਾ ਕੀਤਾ। ਜਦ ਉਹ ਸਿਆਣੀ ਹੋਈ ਤਾਂ ਰਾਣੀ ਨੇ ਕਿਹਾ, ਰਾਜਾ ਜੀ, ਕੰਨਿਆ ਦਾ ਵਰ ਪ੍ਰਾਪਤ ਹੋਈ ਹੈ, ਇਸ ਵਾਸਤੇ ਵਰ ਢੂੰਢਣਾ ਚਾਹੀਦਾ। ਰਾਜੇ ਨੇ ਕਿਹਾ, ਰਾਣੀ ਅਮਕੇ ਸ਼ਹਿਰ ਦੇ ਵਿੱਚ ਰਾਜੇ ਦੇ ਘਰ ਲੜਕੀ ਹੈ, ਮੈਂ ਇਸ ਪੁੱਤਰ ਨੂੰ ਉੱਥੇ ਵਾਹਾਂਗਾ। ਰਾਣੀ ਨੇ ਕਿਹਾ, ਰਾਜਾ ਜੀ, ਤੁਸੀਂ ਏਡਾ ਅਪਰਾਧ ਕਿਉਂ ਕਰਦੇ ਹੋ? ਅੱਗੇ ਅੱਜ ਤੀਕਰ ਕਿਸੇ ਨੇ ਨਹੀਂ ਕੀਤਾ, ਕੰਨਿਆ ਨਾਲ ਕੰਨਿਆ ਨਹੀਂ ਵਿਆਹੀ। ਤਾਂ ਰਾਜੇ ਕਿਹਾ, ਰਾਣੀ, ਤੈਨੂੰ ਇਹ ਕੰਨਿਆ ਨਜ਼ਰ ਆਉਂਦੀ ਹੈ, ਮੈਨੂੰ ਇਹ ਪੁੱਤਰ ਨਜ਼ਰ ਆਉਂਦਾ ਹੈ। ਤਾਂ ਰਾਣੀ ਚੁੱਪ ਕਰ ਰਹੀ। ਤਾਂ ਇੱਕ ਦਿਨ ਰਾਜੇ ਨੇ ਆਪਣੇ ਪ੍ਰੋਤ ਨੂੰ ਸਦਵਾਇਆ ਕਰ ਕਿਹਾ, ਹੇ ਪੰਡਤ ਜੀ, ਫਲਾਣੇ ਰਾਜੇ ਦੇ ਘਰ ਮੇਰੇ ਲੜਕੇ ਦੀ ਸ਼ਾਦੀ ਦਾ ਉਪਾਅ ਕਰੋ। ਉਸ ਪੰਡਤ ਨੇ ਕਿਹਾ, ਹੇ ਰਾਜਾ ਜੀ, ਮੇਰੇ ਪਾਸੋਂ ਇਹ ਉਪੱਦਰ ਨਹੀਂ ਹੋਣਾ, ਕਿਉਂ ਅੱਗੇ ਜੋ ਕਿਸੇ ਕੰਨਿਆ ਨਾਲ ਕੰਨਿਆ ਨਹੀਂ ਵਿਆਹੀ, ਇੱਕ ਤਾਂ ਆਪਣੀ ਕੋਲ ਗਾਲਦਾ ਹੈ ਅਤੇ ਦੂਸਰਾ ਅਗਲੇ ਦੀ ਪੁੱਤਰੀ ਕੋ ਗਾਲਦਾ ਹੈ। ਤਾਂ ਰਾਜਾ ਪੰਡਤ ਨੂੰ ਕਹੇ, ਤੁਹਾਨੂੰ ਇਹ ਪੁੱਤਰੀ ਨਜ਼ਰ ਆਉਂਦੀ ਹੈ ਅਤੇ ਮੈਨੂੰ ਇਹ ਪੁੱਤਰ ਨਜ਼ਰ ਆਉਂਦਾ ਹੈ। ਤਾਂ ਪ੍ਰੋਤ ਰਾਜੇ ਦੀ ਬਾਤ ਸੁਣੀ ਤਾਂ ਮਨ ਮੇਂ ਕਹਿਣ ਲੱਗਾ ਕਿ ਬਦਨਾਮੀ ਹੋਵੇਗੀ ਤਾਂ ਇਸ ਦੀ ਹੋਵੇਗੀ ਅਤੇ ਮੈਂ ਤਾਂ ਬੁਰਾ ਨਾ ਹੋਵਾਂ। ਇਹ ਕਹਿ ਕਰ ਚਿੱਠੀ ਲੈ ਕੇ ਮਹਾਰਾਜੇ ਨੂੰ ਜਾ ਦਿੱਤੀ। ਤਾਂ ਉਸ ਰਾਜੇ ਨੇ ਲੈ ਕੇ ਮੱਥੇ ਉੱਪਰ ਰੱਖਿਆ ਅਤੇ ਬੜਾ ਪ੍ਰਸੰਨ ਹੋਇਆ। ਘਰ ਵਿੱਚ ਰਾਣੀ ਨਾਲ ਸਲਾਹ ਕੀਤੀ ਅਤੇ ਕਿਹਾ, ਧੰਨ ਸਾਡੇ ਭਾਗ ਹਨ ਜੋ ਐਸਾ ਰਾਜਾ ਸਾਕ ਬਣੇ। ਉਸੇ ਵਕਤ ਆਪਣੇ ਪ੍ਰੋਤ ਨੂੰ ਬੁਲਾਇਆ ਅਤੇ ਸਾਹ ਸੁਧਾਇਆ ਕਰ ਉਸ ਵਕਤ ਸਾਰੇ ਚਿੱਠੀ ਭੇਜ ਦਿੱਤੀ। ਤਾਂ ਬ੍ਰਾਹਮਣ ਨੇ ਆਣ ਕਰ ਚਿੱਠੀ ਦਿੱਤੀ ਤਾਂ ਰਾਜਾ ਉਸੇ ਵਕਤ ਵਿਆਹ ਦਾ ਸ਼ਮਿਆਨਾ ਕਰਨ ਦਾ ਹੁਕਮ ਦੇ ਦਿੱਤਾ ਕਿ ਲੜਕੀ ਨੂੰ ਨਵਾਏ ਕਰ, ਸੁਆ ਚੋਲਾ ਪਨਾਏ ਕਰ, ਤਿਆਰ ਕਰੋ। ਅਤੇ ਕਿਹਾ, ਜਨੇਤ ਚੱਲੋ। ਅਤੇ ਕਿਹਾ, ਅਸੀਂ ਨਹੀਂ, ਲੋਕਾਂ ਕਿਹਾ ਅਸੀਂ ਨਹੀਂ ਜਾਂਦੇ, ਕਿਉਂਕਿ ਜੋ ਸਾਡੀ ਪਾਤਰ ਜਾਂਦੀ ਅਸੀਂ ਨਹੀਂ ਜਾਂਦੇ। ਕਦੀ ਕੰਨਿਆ ਨਾਲ ਕੰਨਿਆ ਨਹੀਂ ਵਿਆਹੀ। ਤਾਂ ਰਾਜੇ ਨੇ ਕਿਹਾ, ਭਾਈ, ਤੁਹਾਨੂੰ ਕੰਨਿਆ ਨਜ਼ਰ ਆਉਂਦੀ ਹੈ, ਮੈਨੂੰ ਪੁੱਤਰ ਦਿਸਦਾ। ਰਾਜਾ ਨੇ ਕਿਹਾ, ਭਾਈ ਤੁਸੀਂ ਨਾ ਜਾਓ, ਮੈਂ ਆਪੇ ਲੜਕਾ ਵਿਆਹ ਲਿਆਵਾਂਗਾ। ਲੋਕਾਂ ਆਖਿਆ, ਚਲੋ ਭਾਈ, ਅਸੀਂ ਵੀ ਤਮਾਸ਼ਾ ਵੇਖਾਂਗੇ ਉੱਥੇ ਕਿਆ ਵਰਤਦਾ ਹੈ। ਜਦ ਜੰਝ ਚੱਲਣ ਨੂੰ ਤਿਆਰ ਹੋਈ, ਰਸਤੇ ਵਿੱਚ ਗਈ ਤਾਂ ਇੱਕ ਹਰਨ ਨਿਕਲਿਆ। ਉਸ ਕਿਹਾ, ਹੈ ਪੁੱਤਰ ਜੀ, ਤੈਨੂੰ ਹੁਕਮ ਹੋਵੇ। ਤਾਂ ਇੱਕ ਹਰਨ ਨਿਕਲਿਆ। ਤਾਂ ਉਸ ਕਿਹਾ, ਹੈ ਪਿਤਾ ਜੀ, ਮੈਨੂੰ ਹੁਕਮ ਹੋਵੇ ਤਾਂ ਮੈਂ ਇਸ ਹਰਨ ਨੂੰ ਮਾਰ ਲਿਆਵਾਂਗਾ।
ਤਾਂ ਇਤਨੇ ਲੋਕ ਐਸਨ ਸੋ ਪਿੱਛਾ ਹਟ ਗਏ। ਤਾਂ ਉਸ ਕੰਨਿਆ ਨੇ ਘੋੜਾ ਮਿਰਗ ਦੇ ਪਿੱਛੇ ਲਾ ਦਿੱਤਾ। ਜਾਂਦੀ ਜਾਂਦੀ ਉਹ ਕੰਨਿਆ ਬੜੀ ਉਜਾੜ ਵਿੱਚ ਜਾ ਵੜੀ। ਤਾਂ ਅੱਗੇ ਜਾਂਦਾ ਜਾਂਦਾ ਹਰਨ ਛਿਪ ਗਿਆ। ਉਸ ਕੰਨਿਆ ਨੇ ਨਜ਼ਰ ਕਰਕੇ ਵੇਖਿਆ ਤੇ ਇੱਕ ਪੱਕੀ ਚਾਰ ਦੀਵਾਰੀ ਹੈ ਜਿਸ ਵਿੱਚ ਉਹ ਹਰਨ ਜਾ ਵੜਿਆ। ਤਾਂ ਮਗਰੇ ਹੀ ਉਹ ਕੰਨਿਆ ਜਾ ਵੜੀ। ਤਾਂ ਕਿਆ ਦੇਖੇ ਜੀ, ਉਸ ਦੇ ਅੰਦਰ ਚਾਰ ਚਫੇਰੇ ਸੰਗਤ ਬੈਠੀ ਹੈ, ਕੀਰਤਨ ਹੋ ਰਿਹਾ ਹੈ ਅਤੇ ਕੜਾਹ ਪ੍ਰਸ਼ਾਦ ਵੰਡਿਆ ਜਾ ਰਿਹਾ ਹੈ। ਤਾਂ ਉਸ ਕੰਨਿਆ ਨੇ ਅੰਦਰ ਜਾ ਕੇ ਉਸ ਬੰਗਲੇ ਅੱਗੇ ਮੱਥਾ ਟੇਕਿਆ ਅਤੇ ਸਿਰ ਚੁੱਕ ਕਰ ਦੇਖੇ ਤਾਂ ਇੱਕ ਸੰਤ ਬੈਠਾ ਹੈ। ਤਾਂ ਸੰਗਤ ਵਿੱਚੋਂ ਆਵਾਜ਼ ਆਈ, ਆਓ ਭਾਈ ਲੜਕਿਆ, ਗੁਰੂ ਤੇਰਾ ਭਲਾ ਕਰੇ। ਜਦ ਇਹ ਆਵਾਜ਼ ਹੋਈ ਤਾਂ ਉਸ ਕੰਨਿਆ ਦੇ ਚਿੰਨ੍ਹ ਚੱਕਰ ਮਰਦ ਵਰਗੇ ਹੋ ਗਏ। ਉਹ ਕੰਨਿਆ ਗੌਰ ਕਰਕੇ ਦੇਖਿਆ ਤਾਂ ਗੁਰੂ ਨਾਨਕ ਜੀ ਬੈਠੇ ਹਨ। ਇਤਨੇ ਚਿਰ ਪਿੱਛੋਂ ਰਾਜਾ ਆਇਆ। ਦੇਖੇ ਤਾਂ ਕੰਨਿਆ ਦਾ ਘੋੜਾ ਚਾਰ ਦੀਵਾਰੀ ਦੇ ਬਾਹਰ ਖੜਾ ਹੈ ਤੇ ਰਾਜਾ ਵੀ ਅੰਦਰ ਜਾ ਵੜਿਆ। ਦੇਖੇ ਤਾਂ ਕੰਨਿਆ ਬੰਗਲੇ ਦੇ ਅੱਗੇ ਖੜੀ ਹੈ ਤੇ ਸੰਗਤ ਹੈ ਤੇ ਕੀਰਤਨ ਹੋ ਰਿਹਾ ਹੈ। ਜੋ ਕੰਨਿਆ ਤੇ ਬਾਲਕ ਹੋਇਆ ਸੀ ਉਹ ਬੋਲਿਆ, ਇਹ ਪਿਤਾ ਜੀ ਦੇਖੋ ਗੁਰੂ ਨਾਨਕ ਜੀ ਬੈਠੇ ਹਨ, ਤੁਸੀਂ ਵੀ ਦਰਸ਼ਨ ਕਰ ਲਓ। ਤਾਂ ਰਾਜੇ ਵੀ ਗੁਰੂ ਨਾਨਕ ਜੀ ਅੱਗੇ ਮੱਥਾ ਟੇਕਿਆ ਤੇ ਸੰਗਤ ਵਿੱਚੋਂ ਆਵਾਜ਼ ਆਈ, ਆਓ ਰਾਜਾ ਤੇਰਾ ਭਲਾ ਹੋਵੇ। ਤਾਂ ਰਾਜੇ ਸਿਰ ਉਠਾਇਆ ਤੇ ਵੇਖੇ ਤਾਂ ਗੁਰੂ ਨਾਨਕ ਜੀ ਦਾ ਦਰਸ਼ਨ ਹੋਇਆ। ਤਾਂ ਜੋ ਦੇਖਦਿਆਂ ਹੀ ਨਾ ਚਾਰ ਦੀਵਾਰੀ ਤੇ ਨਾ ਸੰਗਤ ਨਾ ਗੁਰੂ ਜੀ, ਰਾਜਾ ਇਹ ਚਰਿੱਤਰ ਦੇਖ ਕਰ ਹੈਰਾਨ ਹੋ ਗਿਆ। ਆਖੇ ਪਰਮੇਸ਼ਰ ਜੀ ਤੇਰੀ ਕੁਦਰਤ ਜੋ ਸੁਪਨੇ ਦੇ ਸਮਾਨ ਹੈ, ਸਾਡਾ ਮਨੋਰਥ ਪੂਰਾ ਕੀਤਾ ਹੈ। ਇਹ ਬਾਤਾਂ ਦੋਵੇਂ ਰਾਜਾ ਤੇ ਲੜਕਾ ਕਰਦੇ ਸਨ ਤਾਂ ਪਿੱਛੋਂ ਜੰਝ ਵੀ ਆ ਗਈ। ਪਰ ਰਾਜਾ ਚਿੱਤ ਵਿੱਚ ਗੁਰੂ ਨਾਨਕ ਜੀ ਦਾ ਧਿਆਨ ਦੇ ਕਰ ਧੰਨਵਾਦ ਕਰਨ ਲੱਗ ਪਿਆ ਕਿ ਹੇ ਦੀਨ ਦਿਆਲ, ਮੇਰੇ ਤਾਈਂ ਇੱਕ ਪਲਕ ਵਿੱਚ ਨਿਹਾਲ ਕੀਤਾ ਹੈ। ਸਤਿਗੁਰੂ ਹੈ ਘਟ ਘਟ ਦੇ ਅੰਤਰਜਾਮੀ, ਸਚਦਾਨੰਦ ਤੂੰ ਬੇਅੰਤ ਹੈ। ਜਦ ਉਹ ਜੰਝ ਆ ਮਿਲੀ ਪਰ ਰਾਜੇ ਨੇ ਇਹ ਭੇਦ ਕਿਸੇ ਅੱਗੇ ਨਾ ਖੋਲ੍ਹਿਆ। ਜਾਂਦੇ ਜਾਂਦੇ ਉਹ ਸ਼ਹਿਰ ਜਾ ਪਹੁੰਚੇ। ਉਸ ਰਾਜਾ ਨੇ ਸੁਣਿਆ ਕਿ ਜਨੇਤ ਆਈ ਹੈ, ਪਰ ਇਹ ਖਬਰ ਰਾਜੇ ਨੇ ਸੁਣ ਕੇ ਰਾਜਾ ਕੰਨਿਆ ਨਾਲ ਕੰਨਿਆ ਵਿਆਹੁਣ ਆਇਆ ਹੈ। ਤਾਂ ਉਸ ਦੀ ਰਾਣੀ ਨੇ ਕਿਹਾ, ਅਸਾਂ ਕੰਨਿਆ ਨਾਲ ਕੰਨਿਆ ਨਹੀਂ ਵਿਆਹੁਣੀ। ਤਾਂ ਰਾਜੇ ਕਿਹਾ, ਰਾਣੀ ਕਦੀ ਆਦਨ ਤੇ ਗੱਲ ਨਹੀਂ ਹੋਈ ਅਸੀਂ ਇਸ ਤਰ੍ਹਾਂ ਨਾਲ ਕਰਾਂਗੇ, ਤੁਸੀਂ ਉਸ ਦੀ ਪ੍ਰਤਿੱਗਿਆ ਕਰ ਲੈ। ਇਹ ਹੁਕਮ ਰਾਜਾ ਦੀ ਰਾਣੀ ਨੇ ਪਾ ਕੇ ਇੱਕ ਨੈਣ ਨੂੰ ਸਿਖਲਾ ਕੇ ਭੇਜਿਆ ਕਿ ਤੂੰ ਜਾ ਕੇ ਪੱਕੀ ਖਬਰ ਲਿਆਓ, ਜੋ ਲੜਕਾ ਹੈ ਕਿ ਲੜਕੀ ਹੈ। ਜੇਕਰ ਪੱਕੀ ਸੱਚੋ ਸੱਚ ਖਬਰ ਲਿਆਏਂਗੀ ਤਾਂ ਮੈਂ ਤੈਨੂੰ ਬਹੁਤ ਪਦਾਰਥ ਦੇਵਾਂਗੀ, ਜੇਕਰ ਝੂਠ ਬੋਲੇਂਗੀ ਤੈਨੂੰ ਫਾਂਸੀ ਦੇਵਾਂਗੀ। ਇਹ ਬਾਤ ਮੰਨ ਕੇ ਨੈਣ ਜਨੇਤ ਵਿੱਚ ਆਈ ਤੇ ਆ ਕਰ ਰਾਜਾ ਨੂੰ ਕਿਹਾ, ਹੇ ਰਾਜਾ ਜੀ, ਸਾਡੀ ਇਹ ਰੀਤ ਹੈ ਕਿ ਪਹਿਲਾਂ ਲੜਕੇ ਨੂੰ ਮੈਂ ਆਪਣੇ ਘਰ ਲੈ ਜਾਵਾਂਗੀ। ਤਰੀਕ ਦੇ ਕਰਕੇ ਫਿਰ ਪਿੱਛੋਂ ਵਿਆਹ ਹੋਵੇਗਾ। ਤਾਂ ਰਾਜਾ ਨੇ ਕਿਹਾ, ਜੋ ਤੇਰੀ ਮਰਜ਼ੀ ਹੈ ਸੋ ਕਰ। ਜਾਂ ਇਹ ਗੱਲ ਰਾਜਾ ਨੇ ਆਖੀ ਤਾਂ ਸਾਰੀ ਜਨੇਤ ਦੇ ਲੋਕ ਉੱਥੋਂ ਉੱਠ ਗਏ ਤੇ ਆਪਸ ਵਿੱਚ ਲੱਗੇ ਗੱਲਾਂ ਕਹਿਣ, ਭਾਈ ਹੁਣ ਸਾਡਾ ਪੋਲ ਕੋ ਜ਼ਹਿਰ ਹੋ ਜਾਏਗਾ, ਸ਼ਰਮਿੰਦੇ ਹੋਵਾਂਗੇ। ਤੇ ਉਸ ਨੈਣ ਆਪਣੇ ਘਰ ਲੈ ਗਈ ਤੇ ਮਹੀਨ ਜਾਮਾ ਉਸ ਨੂੰ ਪੁਆ ਦਿੱਤਾ, ਉੱਪਰ ਤੇ ਪਾਣੀ ਵਾਰਿਆ। ਉਸ ਰਾਣੀ ਨੇ ਚਪਾਤੇ ਹੀ ਕਹਿ ਭੇਜਿਆ ਕਿ ਰਾਣੀ 12 ਬਰਸਾਂ ਦਾ ਗੰਧਰਵ ਕੰਵਰ ਹੈ ਅਤੇ ਸਭ ਵਾਂਗ ਨੈਣ ਉਸ ਦੇ ਦੇਖ ਲੀਤੇ। ਔਰ ਰਾਣੀ ਨੂੰ ਜਾਇ ਕਰ ਕਹਿਓ ਸੂ, ਰਾਣੀ ਤੇਰੇ ਧਨ ਭਾਗ ਹਨ ਤੇ ਧਨ ਤੂੰ ਹੈ ਜਿਸ ਦਾ ਮਹਿਮਾਨ ਇਹ ਹੈ, ਔਰ ਧਨ ਉਹ ਕੰਨਿਆ ਅਤੇ ਜਿਸ ਦਾ ਇਹ ਭਰਤਾ ਹੈ। ਰਾਣੀ ਸੁਣ ਕਰ ਬਹੁਤ ਪ੍ਰਸੰਨ ਪਈ, ਬਖਸ਼ੀਸ਼ ਕਰੀ, ਬੜਾ सुंदर ब्याह हुआ, जात पात रह गई। श्री गुरु नानक जी का जस करती हुआ राजा पुत्र ब्याह ले गया। पर राजा जी प्रतीत करके कन्या तो पुत्र होए सिख, सो ऐसे भाई बाला के गुरु अंगद जी जो से गुरु नानक जी दे ऊपर प्रतीत रखेगा उसके संपूर्ण कार्य संपूर्ण हो जाएंगे। तो सिख नूं ਇਹ ਚਾਹੀਦਾ ਹੈ ਕਿ ਸ੍ਰੀ ਗੁਰੂ ਜੀ ਦੀ ਸਾਧ ਸੰਗਤ ਵਿੱਚ ਜਾ ਕਰ ਆਪਣੀ ਅਭਿਲਾਖਾ ਪ੍ਰਗਟ ਕਰੇ ਤੇ ਮੈਂ ਗੁਰੂ ਜੀ
ਭੇਦ ਨਾ ਜਾਣੇ ਅਤੇ ਹੱਥ ਜੋੜ ਕਰ ਨਿਮਰ ਹੋਏ ਕਰ ਸ੍ਰੀ ਗੁਰੂ ਨਾਨਕ ਜੀ ਦੇ ਚਰਨਾਂ ਵਿਖੇ ਪ੍ਰੀਤੀ ਕਰਕੇ ਭਾਵਨਾ ਸਹਿਤ ਰਾਧੇਗਾ। ਸ੍ਰੀ ਗੁਰੂ ਜੀ ਐਸੀ ਆਸ ਪੂਰੀ ਹੋਵੇਗੀ। ਦੇਖੋ ਪਹਿਲੋਂ ਉਸ ਜ਼ਿਮੀਂਦਾਰ ਭੂਮੀਏ ਨੂੰ ਸ੍ਰੀ ਗੁਰੂ ਜੀ के बचना पर प्रतीत करी तो उसका ये मरातबा हुआ, राजा का सिर मंत्री हुआ। फिर राजा ने प्रतीत रखी तो उस कन्या ते सुंदर कवर हो गया। ते अंत को सदगति हुई, दे त्याग कर स्वर्गपुरी को प्राप्त हुए। ये कथा भाई बाले ते सुनकर सब संगत गुरु जी के चरणों ते मत्था टेकिया। श्री गुरु संगत को खुशी करके गुरु नानक जी के ध्यान में आस्थित होते। अठे पैर महाराज अठ पैर महाराज बधे रहे। तो फिर गुरु अंगद जी भाई बाला जी नूं कहा, भाई बाला अगे श्री गुरु जी क्या किया? बोलो भाई जी वाहिगुरू। वाहिगुरू जी का खालसा, वाहिगुरू जी की फतेह।